ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿੱਖ ਵਿਦਵਾਨ ਪ੍ਰੋਫੈਸਰ ਸੁਖਦਿਆਲ ਸਿੰਘ ਮੌਜੂਦ ਨੇ। ਗੱਲਬਾਤ ਦਾ ਵਿਸ਼ਾ ਹੋਏਗਾ ਕਿ ਜਿਹੜਾ ਪੰਥਕ ਇਕੱਠ ਸੱਦਿਆ ਗਿਆ ਸੀ, ਚਰਚਾਵਾਂ ਰਹੀਆਂ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਉਹਦੇ ਵਿੱਚ ਉਭਾਰਿਆ ਗਿਆ, ਮਤੇ ਰੱਖੇ ਗਏ ਨੇ, ਪਰ ਇਹਦੀ ਅਸਲ ਮੰਤਵ ਕੀ ਸੀਗਾ? ਕੀ ਉਹ ਮੰਤਵ ਦੀ ਪੂਰਤੀ ਹੋਈ ਜਾਂ ਅੱਗੋਂ ਭਵਿੱਖ ਦੀਆਂ ਯੋਜਨਾਵਾਂ ਸਿੱਖ ਜਿਹੜਾ ਵੋਟ ਬੈਂਕ ਦੇ ਉੱਤੇ ਜ਼ਿਆਦਾਤਰ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਹੁੰਦੀਆਂ ਨੇ ਕਿ ਉਹਨੂੰ ਕਿਸ ਤਰੀਕੇ ਦੇ ਨਾਲ ਹੈਂਡਲ ਕਰਨਾ। ਜਿਸ ਤਰੀਕੇ ਨਾਲ ਪਿਛਲੇ ਸਮੇਂ ਦੇ ਵਿੱਚ ਪੰਥ ਦੀ ਨੁਮਾਇੰਦਾ ਜਥੇਬੰਦੀ ਕਹੀ ਜਾਂਦੀ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲੱਗੀ ਆ ਤੇ ਬਾਕੀ ਸਿੱਖ ਜਥੇਬੰਦੀਆਂ ਨੂੰ ਇੱਕ ਝੰਡੇ ਥੱਲੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਕੀ ਜਿੰਨੀਆਂ ਵੀ ਸਿਆਸੀ ਧਿਰਾਂ ਨੇ ਸਿੱਖਾਂ ਦੀਆਂ, ਉਹਨਾਂ ਸਾਰਿਆਂ ਨੇ ਰਲ ਕੇ ਇਹ ਜਿਹੜੀ ਇੱਕ ਮੀਟਿੰਗ ਸੱਦੀ ਸੀ, ਉਸ ਉੱਤੇ ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਜੀ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਧੰਨਵਾਦ ਪ੍ਰੋਫੈਸਰ। ਪੰਥਕ ਇਕੱਠ ਸੱਦਿਆ ਗਿਆ, ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਉਹਦੇ ਵਿੱਚ ਵਿਚਾਰਿਆ ਗਿਆ। ਉਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਜੋ ਕੁਝ ਖਾਲਿਸਤਾਨ ਦੇ ਮਸਲੇ ਤੇ ਇਸ਼ਾਰਿਆਂ ਦੇ ਵਿੱਚ ਕਿਹਾ, ਉਹ ਵੀ ਕਾਫੀ ਚਰਚਾ ਵਿੱਚ ਹੈ। ਜੇ ਮੈਂ ਥੋੜਾ ਜਿਹਾ ਇਹਦੇ, ਜਿਵੇਂ ਮੈਂ ਕਿਹਾ ਕਿ ਅਸਲ ਮੰਤਵ ਕੀ ਸੀਗਾ, ਜਿਹੜਾ ਲੋਕਾਂ ਨੂੰ ਸ਼ਾਇਦ ਉਹਦੇ ਬਾਰੇ ਨਜ਼ਰ ਨਾ ਆਇਆ ਹੋਵੇ ਕਿ ਪਿੱਛੇ ਦੀ ਮਨਸ਼ਾ ਕੀ ਹੈ। ਜੀ ਸੁਖਵਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਪਹਿਲੀ ਗੱਲ ਕਿ ਤੁਸੀਂ ਇਸ ਮੁੱਦੇ ਨੂੰ ਚੁੱਕ ਰਹੇ ਹੋ ਤੇ ਇਹ ਤੇ ਆਪਾਂ ਵਿਚਾਰ ਵਟਾਂਦਰਾ ਕਰ ਰਹੇ ਹਾਂ। ਕੱਲ 11 ਮਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥਕ ਨੁਮਾਇੰਦਿਆਂ ਦਾ ਇਕੱਠ ਬੁਲਾਇਆ ਗਿਆ ਸੀ। ਉਹ ਪੰਥਕ ਨੁਮਾਇੰਦੇ ਇਕੱਠੇ ਵੀ ਹੋਏ, ਬਹੁਤ ਅੱਛੀ ਗੱਲ ਹੈ। ਪੰਥਕ ਨੁਮਾਇੰਦਿਆਂ ਦੀ ਗੱਲਬਾਤ, ਇਕੱਠ ਤੇ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ, ਹੋਣਾ ਚਾਹੀਦਾ ਹੈ, ਅੱਛੀ ਗੱਲ ਹੈ। ਲੇਕਿਨ ਸੁਖਵਿੰਦਰ ਜੀ, ਗੱਲ ਇੱਥੇ ਤੱਕ ਹੀ ਸੀਮਿਤ ਨਹੀਂ ਹੈ। ਇਹਦੇ ਪਿੱਛੇ ਵੀ ਕਾਫੀ ਕੁਝ ਹੈ। ਇਹ ਤਾਂ ਦੇਖਣ ਵਾਲੀ ਗੱਲ ਹੈ ਨਾ ਕਿ ਪੰਥਕ ਨੁਮਾਇੰਦਿਆਂ ਦਾ ਇਕੱਠ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਇਕੱਠ ਬੁਲਾਇਆ ਸੀ, ਇਟ ਇਜ਼ ਓਕੇ। ਇਹ ਤਾਂ ਉਹ ਹੈ ਜੋ ਪ੍ਰਤੱਖ ਰੂਪ ਵਿੱਚ ਸਾਡੇ ਸਾਹਮਣੇ ਹੈ। ਅਪ੍ਰਤੱਖ ਰੂਪ ਦੇ ਵਿੱਚ ਵੀ ਇਹਦੇ ਪਿੱਛੇ ਬਹੁਤ ਕੁਝ ਹੈ। ਇਹ ਵੀ ਸੋਚਿਆ ਗਿਆ ਸੀ ਕਿ ਜਾਣਿਆ ਜਾਂਦਾ ਹੈ ਕਿ ਇਹ ਇਕੱਠ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀਆਂ ਹਦਾਇਤਾਂ ਦੇ ਅਨੁਸਾਰ ਬੁਲਾਇਆ ਗਿਆ ਸੀ। ਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀਆਂ ਹਦਾਇਤਾਂ ਦੇ ਮੁਤਾਬਕ ਇਹ ਇਕੱਠ ਬੁਲਾਇਆ ਗਿਆ ਸੀ, ਫਿਰ ਇਹ ਗੱਲ ਪ੍ਰਤੱਖ ਰੂਪ ਵਿੱਚ ਸਾਹਮਣੇ ਆਉਣੀ ਚਾਹੀਦੀ ਸੀ। ਮੈਨੂੰ ਇਹ ਨਹੀਂ ਪਤਾ ਕਿ ਜਿੰਨੇ ਨੁਮਾਇੰਦੇ ਉੱਥੇ ਹਾਜ਼ਰ ਹੋਏ ਸਨ, ਕੀ ਉਹ ਬਾਕਾਇਦਾ ਇਨਵਾਈਟਡ ਸਨ ਜਾਂ ਖੁੱਲੇ ਸੱਦੇ ਦੇ ਰੂਪ ਵਿੱਚ ਆਪਣੇ ਆਪ ਹੀ ਆਏ ਸਨ। ਮੈਨੂੰ ਇਸ ਗੱਲ ਦਾ ਨਹੀਂ ਪਤਾ, ਕਿਉਂਕਿ ਮੈਂ ਜੇ ਇਹੋ ਜਿਹਾ ਜੇ ਕੋਈ ਸੱਦਾ ਆਇਆ ਹੁੰਦਾ ਤਾਂ ਮੈਂ ਵੀ ਉਮੀਦ ਕਰਦਾ ਸੀ ਕਿ ਮੇਰੇ ਕੋਲ ਵੀ ਕੋਈ ਇਹੋ ਜਿਹਾ ਸੱਦਾ ਆਵੇਗਾ, ਪਰ ਮੇਰੇ ਕੋਲ ਇਹੋ ਜਿਹਾ ਕੋਈ ਸੱਦਾ ਆਇਆ ਨਹੀਂ। ਮੈਂ ਅਖਬਾਰਾਂ ਵਿੱਚ ਵੀ ਕੋਈ ਖੁੱਲਾ ਸੱਦਾ ਨਹੀਂ ਪੜ੍ਹਿਆ ਵੀ ਸਾਰਿਆਂ ਨੂੰ ਖੁੱਲਾ ਨੁਮਾਇੰਦਾ ਮਤਲਬ ਸੱਦਾ ਦਿੱਤਾ ਗਿਆ ਹੋਵੇ। ਸੋ ਇਸ ਗੱਲ ਦਾ ਪਤਾ ਨਹੀਂ ਕਿ ਇਹ ਬਾਕਾਇਦਾ ਇਨਵਾਈਟਡ ਸਨ ਜਾਂ ਕਿਸੇ ਹੋਰ ਸੱਦੇ ਦੇ ਤਰੀਕੇ ਨਾਲ ਇਹ ਉੱਥੇ ਗਏ ਸਨ। ਲੇਕਿਨ ਇਹ ਗੱਲ ਐਸਟੈਬਲਿਸ਼ਡ ਹੈ ਕਿ ਇਹਦੇ ਪਿੱਛੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀਆਂ ਕੁਝ ਨਾ ਕੁਝ ਹਦਾਇਤਾਂ ਸਨ। ਜੇ ਇਹ ਗੱਲ ਠੀਕ ਹੈ, ਜਿਹੜੀ ਕਿ ਠੀਕ ਹੋਣੀ ਚਾਹੀਦੀ ਹੈ, ਤਾਂ ਮੈਂ ਸਮਝਦਾ ਕਿ ਜੇ ਜਥੇਦਾਰ ਸਾਹਿਬ ਦੀਆਂ ਇਹਦੇ ਪਿੱਛੇ ਕੁਝ ਹਦਾਇਤਾਂ ਸਨ ਤਾਂ ਇਹਦੇ ਪਿੱਛੇ ਹੋਰ ਵੀ ਕਾਫੀ ਕੁਝ ਹੋਵੇਗਾ। ਇਹਦੇ ਪਿੱਛੇ ਹੋਰ ਵੀ ਕਾਫੀ ਕੁਝ ਹੋਏਗਾ। ਜਥੇਦਾਰ ਇਕੱਲੇ ਤੌਰ ਤੇ, ਆਪਣੇ ਤੌਰ ਤੇ ਇਹ ਜਿਹੇ ਇਕੱਠ ਬੁਲਾਉਣ ਦੀਆਂ ਹਦਾਇਤਾਂ ਨਹੀਂ ਕਰ ਸਕਦੇ। ਇਹਦੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਇਸ਼ਾਰਾ ਵੀ ਹੋ ਸਕਦਾ ਹੈ। ਲੀਡਰਸ਼ਿਪ ਬਾਦਲ ਪਰਿਵਾਰ ਹੈ। ਮੈਂ ਸਮਝਦਾ, ਜਿੱਥੋਂ ਤੱਕ ਮੇਰਾ ਆਪਣਾ ਇਹ ਅਧਿਐਨ ਕੀਤਾ, ਮੈਂ ਇਹ ਸਾਰੀ ਮੀਟਿੰਗ ਨੂੰ ਦੇਖ ਕੇ ਮੇਰਾ ਆਪਣਾ ਅੰਦਾਜ਼ਾ ਹੈ ਕਿ ਇਹ ਬਾਦਲ ਪਰਿਵਾਰ ਦੀਆਂ ਹਦਾਇਤਾਂ ਦੇ ਅਨੁਸਾਰ ਇਹ ਪੰਥਕ ਨੁਮਾਇੰਦਿਆਂ ਦੀ ਮੀਟਿੰਗ ਸੱਦੀ ਗਈ ਸੀ। ਓਕੇ, ਮੀਟਿੰਗ ਬੁਲਾਉਣ ਦਾ ਕੰਮ ਠੀਕ ਸੀ,
ਮੁੱਦਾ ਵੀ ਠੀਕ ਸੀ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੁਝ ਨਾ ਕੁਝ ਸਾਨੂੰ ਕਰਨਾ ਚਾਹੀਦਾ ਹੈ ਇਕੱਠੇ ਹੋ ਕੇ। ਬਿਲਕੁਲ ਇਕੱਠੇ ਹੋ ਕੇ ਕਰਨਾ ਚਾਹੀਦਾ ਹੈ। ਸਾਡੇ ਜਿਹੜੇ ਬਹੁਤ ਸਾਰੇ ਨੌਜਵਾਨ ਨੇ, ਬਹੁਤ ਸਾਰੇ ਸਿੰਘ ਨੇ, ਉਹ ਜੇਲ੍ਹਾਂ 'ਚ ਬੰਦ ਬੈਠੇ ਨੇ। ਉਹਨਾਂ ਨੇ ਜਿਹੜੀ ਅਸਲੀ ਜੇਲ੍ਹ ਭੁਗਤਣੀ ਸੀ ਉਹ ਭੁਗਤ ਵੀ ਲਈ। ਭੁਗਤਣ ਤੋਂ ਬਾਅਦ ਵੀ ਉਹ ਬੇਅੰਤ ਸਾਲਾਂ ਤੋਂ ਉਹ ਜੇਲ੍ਹਾਂ ਦੇ ਵਿੱਚ ਹੀ ਬੰਦ ਨੇ ਤੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਉਹਨਾਂ ਲਈ ਕੋਸ਼ਿਸ਼ ਵੀ ਹੋਣੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਸ੍ਰੀ ਅਕਾਲ ਤਖਤ ਸਾਹਿਬ ਨੇ ਜਾਂ ਬਾਦਲ ਪਰਿਵਾਰ ਨੇ, ਜਿਹਨੇ ਵੀ ਜੋ ਵੀ ਹੈ, ਜਿਹਨੇ ਵੀ ਇਹ ਕੋਸ਼ਿਸ਼ ਕੀਤੀ ਹੈ ਉਹ ਠੀਕ ਹੈ, ਕੋਈ ਮਾੜੀ ਗੱਲ ਨਹੀਂ ਹੈਗੀ ਇਹ। ਪਰ ਸੁਖਵਿੰਦਰ ਜੀ, ਇਹ ਕੋਸ਼ਿਸ਼ ਸਾਰੇ ਪੰਥਕ ਨੁਮਾਇੰਦਿਆਂ ਨੂੰ ਇਕੱਠੇ ਕਰਨ ਦੀ ਉਦੋਂ ਹੋ ਰਹੀ ਹੈ ਜਦੋਂ ਪੰਥ ਦੀ ਕਹੀ ਜਾਂਦੀ ਨੁਮਾਇੰਦਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਬੁਰੀ ਤਰ੍ਹਾਂ ਹਾਰ ਚੁੱਕੀ ਹੈ। ਇਹ ਉਦੋਂ ਹੋਈ ਹੈ। ਕਿੰਨਾ ਚੰਗਾ ਹੁੰਦਾ ਜੇ ਇਹੋ ਜਿਹੀਆਂ ਮੀਟਿੰਗਾਂ ਉਸ ਸਮੇਂ ਹੁੰਦੀਆਂ ਜਦੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। 10 ਸਾਲ ਇਕੱਠਾ ਜਿਹੜਾ ਟਾਈਮ ਹੈ ਪੰਜਾਬ ਦੇ ਵਿੱਚ, ਬੇਮਿਸਾਲ ਟਾਈਮ, 10 ਸਾਲ ਇਕੱਠਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਪੰਜਾਬ ਦੇ ਵਿੱਚ। ਉਹਨਾਂ ਸਮਿਆਂ ਦੇ ਵਿੱਚ ਤਾਂ ਇਹ ਅਕਾਲੀ ਲੀਡਰਸ਼ਿਪ ਅਈਆਂ ਜਿਹੀਆਂ ਮੀਟਿੰਗਾਂ ਦੇ ਨੇੜੇ ਤੇੜੇ ਵੀ ਨਹੀਂ ਸੀ ਕਿਤੇ ਆਈ। ਕਦੇ ਸੋਚਿਆ ਵੀ ਨਹੀਂ ਸੀ ਇਹਨੇ ਕਿ ਸਾਰੇ ਪੰਥਕ ਨੁਮਾਇੰਦਿਆਂ ਦੀ ਮੀਟਿੰਗ ਬੁਲਾ ਕੇ ਉਹਨਾਂ ਤੋਂ ਸਲਾਹ ਲੈ ਲਈ ਜਾਵੇ ਕਿ ਕਿਹੜੇ ਕਿਹੜੇ ਪੰਥਕ ਮੁੱਦੇ ਨੇ, ਕਿਹੜੇ ਕਿਹੜੀਆਂ ਪੰਥਕ ਵਿਚਾਰਾਂ ਕਰਨ ਵਾਲੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਤੇ ਸਾਂਝੇ ਵਿਚਾਰ ਕਰ ਲਈਏ। ਉਦੋਂ ਤਾਂ ਇਹ ਪੂਰੀ ਤਰ੍ਹਾਂ ਹੰਕਾਰੇ ਹੋਏ ਸੀ ਔਰ ਸਿੱਖਾਂ ਨੂੰ ਸਮਝਦੀ ਕੁਛ ਨਹੀਂ ਸੀ। ਇਹ ਆਪਣੇ ਆਪ ਨੂੰ ਅਕਾਲੀ ਦਲ ਦੀ ਪੰਥ ਦੀ ਨੁਮਾਇੰਦਾ ਘੱਟ ਸਮਝਦੇ ਸੀ ਔਰ ਪੰਜਾਬ ਦੀ ਨੁਮਾਇੰਦਾ ਜ਼ਿਆਦਾ ਸਮਝਦੇ ਸੀ। ਪੰਜਾਬ ਦੀ ਵੀ ਨੁਮਾਇੰਦਗੀ ਹੋਣੀ ਚਾਹੀਦੀ ਹੈ, ਪੰਥ ਦੀ ਵੀ ਨੁਮਾਇੰਦਗੀ ਹੋਣੀ ਚਾਹੀਦੀ ਹੈ, ਪਰ ਇਹਨੂੰ ਅਲੱਗ-ਅਲੱਗ ਨਹੀਂ ਕੀਤਾ ਜਾਣਾ ਚਾਹੀਦਾ। ਪੰਥ ਆਪਣੇ ਆਪ ਦੇ ਵਿੱਚ ਹੀ ਪੰਜਾਬ ਦੀ ਨੁਮਾਇੰਦਾ ਪਾਰਟੀ ਹੈ। ਪੰਥ ਆਪਣੇ ਆਪ ਦੇ ਵਿੱਚ ਹੀ ਪੰਜਾਬ ਦੀ ਨੁਮਾਇੰਦਾ ਪਾਰਟੀ ਹੈ। ਜੇ ਤੁਸੀਂ ਇਹ ਸੋਚੋਗੇ ਕਿ ਪੰਥਕ ਕਹਾ ਕੇ ਤੁਸੀਂ ਪੰਜਾਬ ਦੀ ਨੁਮਾਇੰਦਾ ਪਾਰਟੀ ਨਹੀਂ ਬਣ ਸਕਦੇ, ਇਹ ਇਹਨਾਂ ਦੀ ਸਮਝਣ ਦੀ ਕਮਜ਼ੋਰੀ ਹੈ। ਇਹਨਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੈ ਕਿ ਅਸੀਂ ਪੰਜਾਬੀ ਪਾਰਟੀ ਬਣੇ ਬਗੈਰ ਪੰਜਾਬ ਦੀ ਨੁਮਾਇੰਦਗੀ ਕਰ ਸਕਾਂਗੇ ਜਾਂ ਨਹੀਂ ਕਰ ਸਕਾਂਗੇ। ਸੋ ਸੁਖਵਿੰਦਰ ਜੀ, ਪਹਿਲੀ ਗੱਲ ਤਾਂ ਇਹ, ਫਿਰ ਵੀ ਭਾਵੇਂ ਹਾਰੀ ਹੋਈ ਅਕਾਲੀ ਲੀਡਰਸ਼ਿਪ ਨੇ ਇਹ ਮੀਟਿੰਗ ਬੁਲਾਈ ਸੀ, ਪਰ ਮੀਟਿੰਗ ਚੰਗੇ ਕਾਜ ਲਈ ਸੀ, ਬੰਦੀ ਸਿੰਘਾਂ ਦੀ ਰਿਹਾਈ ਲਈ ਸੀ ਔਰ ਇਹਦੇ ਵਿੱਚ ਵੱਖ-ਵੱਖ ਨੁਮਾਇੰਦਿਆਂ, ਪੰਥ ਦੇ ਧੜਿਆਂ ਦੇ ਨੁਮਾਇੰਦੇ ਆਏ ਸੀ। ਬੇਸ਼ੱਕ ਪੰਥ ਦੇ ਸਾਰੇ ਧੜੇ ਇਹਦੇ ਵਿੱਚ ਸ਼ਾਮਲ ਨਹੀਂ ਹੋਏ। ਇਹਦੇ ਵਿੱਚ ਕੁਝ ਹੀ ਬੰਦੇ ਸ਼ਾਮਲ ਹੋਏ ਸੀ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਆਪੋ ਆਪਣੇ ਧੜਿਆਂ ਦੇ ਨੁਮਾਇੰਦੇ ਬਣ ਕੇ ਆਏ ਸੀ। ਜਿਵੇਂ ਤੁਸੀਂ ਪਹਿਲਾਂ ਹੀ ਨਾਂ ਲਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ, ਉਹਦਾ ਆਪਣਾ ਵੱਖਰਾ ਅਕਾਲੀ ਦਲ ਚੱਲਦਾ ਆ ਰਿਹਾ ਹੈ। ਓਕੇ, ਫਿਰ ਬਲਜੀਤ ਸਿੰਘ ਦਾਦੂਵਾਲ ਹਨ, ਅਕਾਲੀ ਦਲ ਦੇ ਬਿਲਕੁਲ ਇੰਟਾਇਰਲੀ ਉਲਟ ਚੱਲ ਰਹੇ ਹਨ ਉਹ। ਇਹਨਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੰਡਿਤ ਕਰਕੇ ਹਰਿਆਣੇ ਦੇ ਵਿੱਚ ਕਮੇਟੀ ਬਣਾ ਕੇ ਉਹ ਉਹਦੇ ਪ੍ਰਧਾਨ ਬਣੇ ਹੋਏ ਨੇ। ਬਿਲਕੁਲ ਉਹ ਇੱਕ ਵਿਰੋਧੀ ਗਰੁੱਪ ਇਹਨਾਂ ਦੇ ਕਹੇ ਤੋਂ ਉੱਥੇ ਆ ਗਿਆ, ਅੱਛੀ ਗੱਲ ਹੈ। ਅਗਲੀ ਗੱਲ ਸਰਦਾਰ ਮਨਜੀਤ ਸਿੰਘ ਜੀਕੇ ਦਿੱਲੀ ਵਾਲਿਆਂ ਦੀ ਹੈ, ਉਹ ਵੀ ਅਕਾਲੀ ਦਲ ਦਾ ਵਿਰੋਧੀ ਗਰੁੱਪ ਸੀ। ਪਰਮਜੀਤ ਸਿੰਘ ਸਦਨਾ ਦੀ ਹੈ, ਉਹ ਵੀ ਵਿਰੋਧੀ ਗਰੁੱਪ ਸੀ ਦਿੱਲੀ ਦਾ। ਤੇ ਇਸ ਤਰ੍ਹਾਂ ਇਹ ਮੇਨ ਵਿਰੋਧੀ ਇਹੀ ਸਨ। ਬਾਬਾ ਹਰਨਾਮ ਸਿੰਘ ਜੀ ਜਿਹੜੇ ਖਾਲਸਾ ਨੇ, ਉਹ ਮੁੱਢ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਸੁਰ ਮਿਲਾ ਕੇ ਚੱਲ ਰਹੇ ਨੇ ਤੇ ਉਹ ਵੀ ਇੱਥੇ ਸ਼ਾਮਲ ਆਏ ਸਨ। ਸੋ ਇਸ ਕਰਕੇ ਸਾਰੇ ਵਿਰੋਧੀ ਧੜੇ ਨਹੀਂ ਆਏ। ਇਹ ਦੇਖਣ ਵਾਲੀ ਗੱਲ ਹੈ। ਕਿਹੜੇ ਕਿਹੜੇ ਵਿਰੋਧੀ ਧੜੇ ਨਹੀਂ ਆਏ? ਸਰਦਾਰ ਰਵਿੰਦਰ ਸਿੰਘ ਜਿਹੜੇ ਬਾਦਲ ਪਰਿਵਾਰ ਦੇ ਵੀ ਵਿਰੋਧੀ ਨੇ ਤੇ ਇਹਨਾਂ ਦੇ ਅਕਾਲੀ ਦਲ ਦੇ ਵੀ ਵਿਰੋਧੀ ਨੇ, ਉਹ ਇਹਦੇ ਵਿੱਚ ਸ਼ਾਮਲ ਨਹੀਂ ਹੋਏ, ਹਾਲਾਂਕਿ ਪੰਜਾਬ ਦੇ ਵਿੱਚ ਹੀ ਰਹਿੰਦੇ ਨੇ। ਅੱਛਾ, ਦਲ ਖਾਲਸਾ ਨੇ ਇਹਦੇ ਵਿੱਚ ਸ਼ਮੂਲੀਅਤ ਨਹੀਂ ਕੀਤੀ। ਭਾਈ ਹਵਾਰਾ ਦੀ ਜਿਹੜੀ ਕਮੇਟੀ ਬਣੀ ਹੋਈ ਹੈ ਉਹਨੇ ਇਹਦੇ ਵਿੱਚ ਸ਼ਮੂਲੀਅਤ ਨਹੀਂ ਕੀਤੀ। ਮੇਰਾ ਖਿਆਲ ਹੈ ਕਿ ਸੁਖਦੇਵ ਸਿੰਘ ਢੀਂਡਸਾ ਦੇ ਧੜੇ ਦਾ ਵੀ ਕੋਈ ਬੰਦਾ ਇੱਥੇ ਸ਼ਾਮਲ ਨਹੀਂ ਸੀ, ਮੈਨੂੰ ਲੱਗਦਾ ਹੈ। ਤੇ ਲੇਕਿਨ ਜੇ ਤੁਸੀਂ ਮਤਲਬ ਇਹਨੂੰ ਕਰੈਕਟ ਕਰ ਸਕੋ ਤਾਂ ਕਰ ਸਕਦੇ ਹੋ, ਪਰ ਮੈਨੂੰ ਲੱਗਦਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਤੇ ਜਾਂ ਉਹਨਾਂ ਦੇ ਕੋਈ ਧੜੇ ਦਾ ਕੋਈ ਬੰਦਾ ਇਹਨਾਂ 'ਚ ਸ਼ਾਮਲ ਨਹੀਂ ਸੀ। ਅੱਛਾ,
ਆਪਣਾ ਭਾਈ ਮੋਹਕਮ ਸਿੰਘ ਜਿਨ੍ਹਾਂ ਦਾ ਸੰਯੁਕਤ ਅਕਾਲੀ ਦਲ ਬਣਾਇਆ ਹੋਇਆ ਸੀ ਉਹ ਵੀ ਇਹਦੇ ਵਿੱਚ ਸ਼ਾਮਲ ਨਹੀਂ ਸਨ। ਮਤਲਬ ਕਾਫੀ ਬੰਦੇ, ਕਾਫੀ ਧੜਿਆਂ ਦੇ ਨੁਮਾਇੰਦੇ ਅਜੇ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਪਤਾ ਨਹੀਂ ਉਹਨਾਂ ਨੂੰ ਬੁਲਾਇਆ ਗਿਆ ਸੀ ਜਾਂ ਨਹੀਂ ਬੁਲਾਇਆ ਗਿਆ ਸੀ। ਜੇ ਨਹੀਂ ਬੁਲਾਇਆ ਗਿਆ ਸੀ ਤਾਂ ਇਹ ਗਲਤ ਗੱਲ ਹੈ ਤੇ ਉਹਨਾਂ ਨੂੰ ਵੀ ਬੁਲਾਉਣਾ ਚਾਹੀਦਾ ਸੀ। ਜੇ ਉਹ ਬੁਲਾਉਣ ਦੇ ਬਾਵਜੂਦ ਵੀ ਨਹੀਂ ਆਏ ਤਾਂ ਇਹ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਭਾਈ ਤੁਸੀਂ ਕਿਉਂ ਨਹੀਂ ਆਏ, ਅੱਗੇ ਤੋਂ ਅਗਲੀ ਮੀਟਿੰਗ ਹੋਰ ਕਰ ਲਿਓ ਤੇ ਉਹਨਾਂ ਦੇ ਗੁੱਸੇ ਗਿਲੇ ਦੂਰ ਕਰ ਲਿਓ। ਸੋ ਬੇਸਿਕਲੀ ਮੇਰਾ ਵਿਚਾਰ ਹੈ ਕਿ ਇਹ ਮੀਟਿੰਗ ਬੁਲਾਈ ਗਈ ਹੈ ਤੇ ਅੱਛੀ ਗੱਲ ਹੋਈ। ਪ੍ਰੋਫੈਸਰ ਸਾਹਿਬ, ਇਹਦੇ ਵਿੱਚ ਸਵਾਲ ਬੰਦੀ ਸਿੰਘਾਂ ਦੀ ਰਿਹਾਈ ਦਾ ਉੱਠਦਾ ਕਿ ਅਕਾਲੀ ਦਲ ਜਦੋਂ ਸੱਤਾ ਦੇ ਵਿੱਚ ਹੁੰਦਾ ਹੈ ਉਦੋਂ ਕਦੇ ਵੀ ਇਹੋ ਜਿਹੀਆਂ ਮੰਗਾਂ, ਉਦੋਂ ਤਾਂ ਕੇਂਦਰ ਦੇ ਵਿੱਚ ਵੀ ਬੀਜੇਪੀ ਨਾਲ ਭਾਈਵਾਲੀ, ਉਦੋਂ ਸਾਰਾ ਕੁਝ ਕਰਾਇਆ ਜਾ ਸਕਦਾ ਸੀਗਾ। ਰਾਜਵਾੜਾ ਨੂੰ ਲੈ ਕੇ ਚਿੱਠੀਆਂ ਭਾਵੇਂ ਜਾਂਦੀਆਂ ਰਹੀਆਂ ਨੇ ਪਰ ਉਹ ਮੰਨੇ ਨਹੀਂ, ਉਹਨਾਂ ਨੂੰ ਮਨਾ ਲੈਣਾ ਚਾਹੀਦਾ ਸੀ। ਹੁਣ ਬਾਹਰ ਆ ਕੇ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਨੇ ਫਿਰ ਸਵਾਲ ਉੱਠਣੇ ਲਾਜ਼ਮੀ ਨੇ। ਦੇਖੋ ਸੁਖਵਿੰਦਰ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਆਪਾਂ ਨੇ ਇੱਕ ਪਿੱਛੇ ਜੇ ਵੀ ਇੱਕ ਇੰਟਰਵਿਊ ਕੀਤੀ ਸੀ, ਮੈਂ ਉਹਦੇ ਵਿੱਚ ਵੀ ਕਿਹਾ ਸੀ ਅਕਾਲੀ ਦਲ ਨੇ ਆਪਣੀ ਤਾਕਤ ਦੇ ਸਮੇਂ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਜਿਹੜੀ ਸਮੁੱਚੇ ਪੰਥ ਨੂੰ ਆਪਣੇ ਵਿਸ਼ਵਾਸ ਵਿੱਚ ਲੈਣ ਵਾਲੀ ਹੋਵੇ। ਇਹਨੇ ਪੰਥ ਨੂੰ ਵਿਸ਼ਵਾਸ ਵਿੱਚ ਲੈਣ ਵਾਲੀਆਂ ਗੱਲਾਂ ਹਮੇਸ਼ਾ ਉਦੋਂ ਕੀਤੀਆਂ ਨੇ ਜਦੋਂ ਇਹ ਹਾਰ ਚੁੱਕੇ ਹੁੰਦੇ ਨੇ। 10 ਸਾਲਾਂ ਦਾ ਇੱਕ ਬਹੁਤ ਹੀ ਵਧੀਆ ਮੌਕਾ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਵਿੱਚ ਰਹੀ ਹੈ। ਇਹਨਾਂ ਨੂੰ ਪੰਥ ਦੇ ਨੁਮਾਇੰਦਿਆਂ ਨੂੰ ਇਕੱਠਿਆ ਕਰਕੇ ਵਿਚਾਰਾਂ ਕਰਨੀਆਂ ਚਾਹੀਦੀਆਂ ਸੀ ਉਸ ਸਮੇਂ, ਬੰਦੀ ਸਿੰਘਾਂ ਨੂੰ ਰਿਹਾਈ ਕਰਵਾਉਣ ਦੀਆਂ ਵੀ, ਪੰਜਾਬ ਦੇ ਮਸਲਿਆਂ ਨੂੰ ਹੱਲ ਕਰਵਾਉਣ ਦੀਆਂ ਵੀ। ਲੇਕਿਨ ਬੜੇ ਅਫਸੋਸ ਦੀ ਗੱਲ ਹੈ, ਇਹ ਟ੍ਰੈਜਡੀ ਹੈ ਸਾਡੀ ਪੰਜਾਬ ਦੀ ਵੀ, ਕਿ ਜਦੋਂ ਇਹ ਤਾਕਤ ਵਿੱਚ ਸਨ ਉਦੋਂ ਇਹਨਾਂ ਨੇ ਪੰਜਾਬ ਦਾ ਮਸਲਾ ਕੋਈ ਹੱਲ ਨਹੀਂ ਕਰਵਾਇਆ, ਨਾ ਪੰਥਕ ਨੁਮਾਇੰਦਿਆਂ ਨਾਲ ਇਹਨਾਂ ਨੇ ਕੋਈ ਵਿਚਾਰ ਵਟਾਂਦਰਾ ਕੀਤਾ। ਜਦੋਂ ਇਹ ਤਾਕਤ ਤੋਂ ਬਾਹਰ ਹੋਏ ਨੇ, ਬਾਹਰ ਕੀ ਬਹੁਤ ਬੁਰੀ ਤਰ੍ਹਾਂ ਬਾਹਰ ਹੋਏ ਨੇ, ਉਦੋਂ ਇਹਨਾਂ ਨੂੰ ਪੰਥਕ ਨੁਮਾਇੰਦੇ ਵੀ ਯਾਦ ਆ ਜਾਂਦੇ ਨੇ ਤੇ ਪੰਥ ਦੇ ਮਸਲੇ ਵੀ ਯਾਦ ਆ ਜਾਂਦੇ ਨੇ। ਇਹ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣੀ ਕੋਈ ਬੜੀ ਵੱਡੀ ਗੱਲ ਨਹੀਂ ਸੀ। ਪੰਜਾਬ ਸਰਕਾਰ ਜੇ ਗੰਭੀਰਤਾ ਨਾਲ ਕੋਸ਼ਿਸ਼ ਕਰਦੀ ਜਾਂ ਸਾਡਾ ਅਕਾਲੀ ਦਲ ਗੰਭੀਰਤਾ ਨਾਲ ਕੋਸ਼ਿਸ਼ ਕਰਦਾ ਤਾਂ ਆਪਣੇ 10 ਸਾਲਾਂ ਦੇ ਸਮੇਂ ਦੇ ਵਿੱਚ ਸਭ ਨੂੰ ਰਿਹਾ ਕਰਵਾਇਆ ਜਾ ਸਕਦਾ ਸੀ। ਲੇਕਿਨ ਇਹਨਾਂ ਨੇ ਨਹੀਂ ਕਰਵਾਈ। ਪੰਜਾਬ ਦੇ ਮਸਲੇ ਵੀ ਹੱਲ ਕਰਵਾਏ ਜਾ ਸਕਦੇ ਸੀ। ਆਪਾਂ ਨੇ ਪਹਿਲਾਂ ਵੀ ਗੱਲ ਕੀਤੀ ਹੈ, ਹੁਣ ਵੀ ਮੈਂ ਕਹਿਣਾ ਅਕਾਲੀ ਦਲ ਦੀ ਲੀਡਰਸ਼ਿਪ ਨੇ ਕਦੇ ਵੀ ਗੰਭੀਰਤਾ ਨਾਲ ਕਿਸੇ ਸਿੱਖ ਮਸਲੇ ਬਾਰੇ, ਕਿਸੇ ਸਿੱਖ ਮੁੱਦੇ ਬਾਰੇ ਕੋਈ ਵੀ ਪਹੁੰਚ ਨਹੀਂ ਅਪਣਾਈ। ਇਸੇ ਕਰਕੇ ਆਹ ਹਾਲ ਹੋਇਆ। ਇਹ ਇਸ ਸਮੇਂ ਅਕਾਲੀ ਦਲ ਦੀ ਲੀਡਰਸ਼ਿਪ ਬੁਰੀ ਤਰ੍ਹਾਂ ਹਾਰੀ ਹੋਈ ਹੈ। ਜਿਹੜੇ ਵੀ ਲੋਕਾਂ ਨੇ ਇਹਦੇ ਬਾਰੇ ਟਿੱਪਣੀਆਂ ਕੀਤੀਆਂ ਨੇ, ਜਿਹੜੀ ਕੱਲ ਵਾਲੀ ਮੀਟਿੰਗ ਸੀ, ਉਹਨਾਂ ਨੇ ਇਹੀ ਕਿਹਾ ਕਿ ਹੁਣ ਅਕਾਲੀ ਦਲ ਆਪਣੇ ਆਪ ਨੂੰ ਖੜਾ ਹੋਣ ਦਾ ਇੱਕ ਮੁੱਦਾ ਲੱਭ ਰਿਹਾ ਹੈ ਕਿ ਉਹ ਖੜਾ ਕਿਸ ਤਰ੍ਹਾਂ ਹੋ ਸਕਦਾ, ਡਿੱਗਿਆ ਹੋਇਆ ਕਿਸ ਤਰ੍ਹਾਂ ਖੜਾ ਹੋ ਸਕਦਾ ਹੈ। ਸੋ ਅਕਾਲੀ ਆਮ ਲੋਕਾਂ ਦੀ ਰਾਏ ਅਨੁਸਾਰ ਵੀ, ਮੇਰੀ ਆਪਣੀ ਵੀ ਰਾਏ ਇਹੀ ਹੈ ਕਿ ਇਸ ਸਮੇਂ ਅਕਾਲੀ ਦਲ ਦੇ ਸਾਹਮਣੇ ਮੇਨ ਮੁੱਦਾ ਇਹ ਹੈ ਕਿ ਉਹ ਲੋਕਾਂ ਵਿੱਚ ਜਾਂ ਸਿੱਖਾਂ ਵਿੱਚ ਮੁੜ ਕੇ ਕਿਵੇਂ ਪ੍ਰਵਾਨ ਹੋ ਸਕਦਾ ਹੈ। ਪਰ ਸੁਖਵਿੰਦਰ ਜੀ, ਜਦ ਤੱਕ ਤੁਸੀਂ ਆਪਣੀ ਸਰਕਾਰ ਵੇਲੇ ਦੀਆਂ ਕੀਤੀਆਂ ਹੋਈਆਂ ਗਲਤੀਆਂ ਨੂੰ ਪੰਥ ਦੇ ਸਾਹਮਣੇ ਖਲੋ ਕੇ ਮੁਆਫੀ ਨਹੀਂ ਮੰਗੋਗੇ, ਉਦੋਂ ਤੱਕ ਤੁਹਾਡੀ ਮੁਕਤੀ ਨਹੀਂ ਹੋ ਸਕੀ। ਠੀਕ ਹੈ, ਬੁਲਾਓ, ਇਹ ਜਿਹੇ ਇਕੱਠ ਬੁਲਾਉਣੇ ਚਾਹੀਦੇ ਨੇ। ਇਹਨਾਂ ਇਕੱਠਾਂ ਦੇ ਵਿੱਚ ਜੇ ਗੱਲ ਇਹ ਹੋ ਜਾਂਦੀ, ਇਸ ਇਕੱਠ ਦੇ ਵਿੱਚ ਜੇਕਰ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਗੱਲ ਹੋ ਜਾਂਦੀ ਕਿ ਸਾਥੋਂ ਹਕੂਮਤ ਵੇਲੇ ਜਾਂ ਪਿਛਲੇ ਸਮੇਂ ਜਾਣੇ ਜਾਂ ਅਣਜਾਣੇ, ਇਹ ਵੀ ਕਿਹਾ ਜਾ ਸਕਦਾ ਸੀ ਪੰਥ ਬਖਸ਼ਣਹਾਰ ਹੈ, ਅਨੇਕਾਂ ਭੁੱਲਾਂ ਹੋ ਗਈਆਂ, ਅਸੀਂ ਉਹਨਾਂ ਭੁੱਲਾਂ ਦੀ ਮੁਆਫੀ ਮੰਗਦੇ ਹਾਂ, ਬਹੁਤ ਵੱਡੀ ਗੱਲ ਹੋਣੀ ਸੀ। ਔਰ ਸੁਖਬੀਰ ਸਿੰਘ ਬਾਦਲ ਦੀ ਇਹ ਗ੍ਰੇਟਨੈਸ ਹੋਣੀ ਸੀ ਜੇਕਰ ਸਾਰੇ ਨੁਮਾਇੰਦਿਆਂ ਦੇ ਸਾਹਮਣੇ ਉਹ ਆਪਣੀਆਂ ਗਲਤੀਆਂ ਦੀ ਮੁਆਫੀ ਮੰਗ ਲੈਂਦਾ। ਠੀਕ ਹੈ, ਉਹਦੀ ਜਿਹੜੀ ਸਪੀਚ ਸੀ ਕੱਲ ਵਾਲੀ, ਉਹ ਪਹਿਲੀਆਂ ਸਪੀਚਾਂ ਨਾਲੋਂ ਸੁਧਰੀ ਹੋਈ ਸੀ, ਠੀਕ ਸੀ, ਪਰ ਇੰਨੀ ਠੀਕ ਨਹੀਂ ਸੀ ਕਿ ਉਹਨੂੰ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਸਪੀਚ ਕਹੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਸਪੀਚ, ਭਾਸ਼ਣ ਬਹੁਤ ਗੰਭੀਰਤਾ ਭਰਿਆ ਹੁੰਦਾ ਹੈ, ਖਾਸ ਕਰ ਉਦੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਬਾਕੀ ਪੋਲੀਟੀਕਲ ਅਖਾੜੇ ਦੇ ਵਿੱਚ ਬੁਰੀ ਤਰ੍ਹਾਂ ਹਾਰੀ ਹੋਈ ਸੀ। ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਚੁੱਕਣਾ ਸੀ, ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਸਪੀਚ ਬਹੁਤ ਹੀ ਗੰਭੀਰਤਾ ਪੂਰਵਕ ਹੋਣੀ ਚਾਹੀਦੀ ਸੀ। ਬੇਸ਼ੱਕ ਉਹਦੀ ਕੱਲ ਵਾਲੀ ਸਪੀਚ ਅੱਛੀ ਸੀ ਤੇ ਪਹਿਲਾਂ ਨਾਲੋਂ ਸੁਧਰੀ ਹੋਈ ਸੀ। ਜੀ।
ਸਵਾਏ ਸਿਮਰਨਜੀਤ ਸਿੰਘ ਮਾਨ ਤੋਂ ਪ੍ਰੋਫੈਸਰ ਸਾਹਿਬ ਕੋਈ ਵੀ ਖਾਲਿਸਤਾਨ ਦੇ ਮੁੱਦੇ ਉੱਤੇ ਖੁੱਲ ਕੇ ਨਹੀਂ ਬੋਲਦਾ। ਇੰਨੇ ਵੱਡੇ ਇਕੱਠ ਦੇ ਵਿੱਚ ਵੀ ਉਹਨਾਂ ਨੇ ਉੱਥੇ ਵੀ ਕਹਿਤਾ, ਅੱਖਾਂ ਦੇ ਇਸ਼ਾਰਿਆਂ ਦੇ ਨਾਲ ਖਾਲਿਸਤਾਨ ਦੇ ਮਤੇ ਦੀ ਗੱਲ ਕੀਤੀ ਗਈ। ਪਰ ਜਦੋਂ ਖੁੱਲ ਕੇ ਗੱਲ ਕਰਨ ਦੀ ਗੱਲ ਆਉਂਦੀ ਹੈ, ਜਿਵੇਂ ਮੈਂ ਦੇਖਾਂ ਕਿ ਕਈ ਨੌਜਵਾਨ ਖਾਲਿਸਤਾਨ ਦੇ ਮਸਲੇ ਦੇ ਉੱਤੇ ਜਾਂ ਧਾਰਮਿਕ ਜਿਹੜੀਆਂ ਕਿਤਾਬਾਂ ਰੱਖਣ ਨੂੰ ਲੈ ਕੇ ਜੇਲ੍ਹਾਂ ਦੇ ਸਲਾਖਾਂ ਦੇ ਪਿੱਛੇ ਬੰਦ ਬੈਠੇ ਨੇ, ਉਹਨਾਂ ਨੂੰ ਲੈ ਕੇ ਕੋਈ ਸਾਂਝਾ ਮੁਆਜ਼ ਨਹੀਂ ਖੜਾ ਕੀਤਾ ਜਾਂਦਾ ਕਿ ਖਾਲਿਸਤਾਨ ਜੇ ਆਜ਼ਾਦੀ ਹੈ ਬੋਲਣ ਦੀ, ਫ੍ਰੀडम ਆਫ ਸਪੀਚ ਹੈ ਭਾਰਤ ਦੇ ਵਿੱਚ, ਤਾਂ ਫਿਰ ਕਿਉਂ ਨੌਜਵਾਨਾਂ ਨੂੰ ਉਹਦੇ ਤਹਿਤ ਗ੍ਰਿਫਤਾਰ ਕੀਤਾ ਜਾਂਦਾ ਹੈ? ਜਾਂ ਖਾਲਿਸਤਾਨ ਦਾ ਨਾਮ ਕਿਉਂ ਅੱਤਵਾਦ ਨਾਲ ਹੀ ਜੋੜਿਆ ਜਾਂਦਾ ਹੈ? ਕਿਉਂ ਇਹਨੂੰ ਤੁਸੀਂ, ਜੋ ਸੁਪਰੀਮ ਕੋਰਟ ਨੇ, ਮਾਣਯੋਗ ਸੁਪਰੀਮ ਕੋਰਟ ਨੇ, ਜਿਵੇਂ ਸਿਮਰਨਜੀਤ ਸਿੰਘ ਮਾਨ ਕਹਿੰਦੇ ਨੇ ਕਿ ਉਹਨਾਂ ਵੱਲੋਂ ਕੋਈ ਰੋਕ ਨਹੀਂ, ਤੁਸੀਂ ਇੱਕ ਦਾਇਰੇ ਵਿੱਚ ਰਹਿ ਕੇ ਆਵਾਜ਼ ਚੁੱਕ ਸਕਦੇ ਹੋ ਆਪਣੀ, ਤਾਂ ਫਿਰ ਉਸ ਪਾਸੇ ਵੱਲ ਨੂੰ ਕਿਉਂ ਨਹੀਂ ਤੁਰਿਆ ਜਾਂਦਾ? ਸੁਖਵਿੰਦਰ ਜੀ, ਇਹੀ ਤਾਂ ਟ੍ਰੈਜਡੀ ਹੈ ਸਾਡੀ। ਸਾਡੀ ਲੀਡਰਸ਼ਿਪ ਨੇ ਕਦੇ ਵੀ ਗੰਭੀਰ ਹੋ ਕੇ ਖਾਲਿਸਤਾਨ ਦੀ ਗੱਲ ਨਹੀਂ ਕੀਤੀ। ਇਹੀ ਸਾਡੀ ਟ੍ਰੈਜਡੀ ਹੈ। ਹੁਣ ਇਸ ਗੰਭੀਰਤਾ ਨੂੰ ਤੁਸੀਂ ਕੱਲ ਦੇਖ ਹੀ ਲਿਆ। ਸਿਮਰਨਜੀਤ ਸਿੰਘ ਮਾਨ ਮੰਨੇ ਹੋਏ ਨੇ ਖਾਲਿਸਤਾਨ ਦੇ ਮੁੱਦੇ ਬਾਰੇ ਝੰਡਾ ਚੁੱਕਣ ਵਾਲੇ, ਠੀਕ ਹੈ ਨਾ। ਉਹ ਬੜਾ ਵਧੀਆ ਪਲੇਟਫਾਰਮ ਸੀ ਕੱਲ ਵਾਲੀ ਮੀਟਿੰਗ ਦਾ, ਜਿੱਥੇ ਸਿਮਰਨਜੀਤ ਸਿੰਘ ਮਾਨ ਘੱਟੋ ਘੱਟ ਪੰਥਕ ਨੁਮਾਇੰਦਿਆਂ ਦੇ ਅੱਗੇ ਆਪਣੀ ਖਾਲਿਸਤਾਨ ਵਾਲੇ ਸਟੈਂਡ ਨੂੰ ਬਹੁਤ ਹੀ ਵਧੀਆ ਗੰਭੀਰਤਾ ਭਰੇ ਸ਼ਬਦਾਂ ਦੇ ਵਿੱਚ ਉਹ ਇਹਦੀ ਵਿਆਖਿਆ ਕਰ ਸਕਦੇ ਸਨ। ਪਰ ਗੰਭੀਰਤਾ ਤਾਂ ਉੱਥੇ ਨੇੜੇ ਤੇੜੇ ਵੀ ਨਹੀਂ ਸੀ। ਕਮਾਲ ਦੀ ਗੱਲ ਹੈ, ਮੈਂ ਸੁਣ ਰਿਹਾ ਸੀ ਸਾਰਾ ਕੁਝ। ਇਹ ਖਾਲਿਸਤਾਨ ਦੀ ਗੱਲ ਹੁੰਦੀ ਹੈ ਕਿ ਜੀ ਤੁਸੀਂ ਖਾਲਿਸਤਾਨ ਦਾ ਮਤਲਬ ਉਹ, ਮੈਂ ਖਾਲਿਸਤਾਨ ਕਹੂੰਗਾ, ਤੁਸੀਂ ਹੱਥ ਤਾਂ ਖੜੇ ਕਰਿਓ ਨਾ, ਖੱਬੀ ਅੱਖ ਦੱਬ ਕੇ ਮੈਨੂੰ ਅੱਖ ਜੀ ਦੱਬ ਦਿਓ। ਉਹ ਕਹੀ ਜੀ ਤੇਰੀ ਉਮਰ ਹੈ ਯਾਰ ਸਿਮਰਨਜੀਤ ਸਿੰਘ ਮਾਨ, ਕਈਆਂ ਜਿਹੀਆਂ ਗੱਲਾਂ ਕਰ ਰਿਹਾ ਤੂੰ। ਅੱਜ ਜਿੰਨੀਆਂ ਵੀ ਮੈਂ ਬਹਿਸਾਂ ਸੁਣੀਆਂ ਨੇ, ਮਤਲਬ YouTube ਤੇ ਫੇਸਬੁੱਕ ਦੇ ਵਿੱਚ, ਹਰ ਇੱਕ ਦੇ ਵਿੱਚ ਇਹੀ ਅੱਖ ਦੱਬਣ ਵਾਲੀ ਗੱਲ ਇਹੀ ਚੱਲਦੀ ਰਹੀ ਹੈ। ਜਿਹਨੇ ਵੀ ਗੱਲ ਕੱਲ੍ਹ ਵਾਲੀ ਮੀਟਿੰਗ ਦੀ ਸਿਮਰਨਜੀਤ ਸਿੰਘ ਮਾਨ ਦੀ ਕੀਤੀ ਹੈ, ਇਹ ਗੱਲ ਸਭ ਤੋਂ ਪਹਿਲਾਂ ਉਠਾਈ ਹੈ। ਸਾਡੇ ਲੀਡਰ ਗੰਭੀਰ ਹੀ ਨਹੀਂ ਹਨ। ਉਹਨਾਂ ਨੂੰ ਪਤਾ ਹੀ ਨਹੀਂ ਕਿ ਖਾਲਿਸਤਾਨ ਕਿਤਨਾ ਗੰਭੀਰ ਮੁੱਦਾ ਹੈ। ਖਾਲਿਸਤਾਨ ਸਿੱਖਾਂ ਦੀ ਅੰਤਰਰਾਸ਼ਟਰੀ ਪੱਧਰ ਤੇ ਹੋਣ ਵਾਲੀ ਜੱਦੋ-ਜਹਿਦ ਦਾ ਨਾਂ ਹੈ। ਤੁਸੀਂ ਤਾਂ ਖਾਲਿਸਤਾਨ ਬਾਰੇ UNO ਵਿੱਚ ਵੀ ਆਪਣੀਆਂ ਸਪੀਚਾਂ ਕਰਨੀਆਂ ਹਨ। ਤੁਸੀਂ ਖਾਲਿਸਤਾਨ ਬਾਰੇ ਯੂਰਪ ਦੇ ਵਿੱਚ ਵੀ ਸਪੀਚਾਂ ਕਰਨੀਆਂ ਹਨ। ਤੁਸੀਂ ਖਾਲਿਸਤਾਨ ਬਾਰੇ ਖੁਦ ਇੱਥੇ ਇੰਡੀਆ ਵਿੱਚ ਵੀ ਸਪੀਚਾਂ ਕਰਨੀਆਂ ਹਨ। ਪੰਜਾਬ ਤੋਂ ਬਾਹਰ ਜਾ ਕੇ ਵੀ ਸਪੀਚਾਂ ਕਰਨੀਆਂ ਹਨ। ਪਾਰਲੀਮੈਂਟ ਦੇ ਵਿੱਚ ਵੀ ਸਪੀਚਾਂ ਕਰਨੀਆਂ ਹਨ। ਅਸੈਂਬਲੀ ਵਿੱਚ ਵੀ ਸਪੀਚਾਂ ਕਰਨੀਆਂ। ਤੁਹਾਡੀ ਸਪੀਚ ਦੇ ਵਿੱਚੋਂ ਤੁਹਾਡੀ ਗੰਭੀਰਤਾ, ਹਰ ਸ਼ਬਦ ਵਿੱਚੋਂ ਤੁਹਾਡੀ ਗੰਭੀਰਤਾ ਟਪਕਣੀ ਚਾਹੀਦੀ। ਇਹਨਾਂ ਨੂੰ ਗੰਭੀਰਤਾ ਦਾ ਹੀ ਪਤਾ ਨਹੀਂ ਕਿ ਗੰਭੀਰਤਾ ਦਾ ਮੀਨਿੰਗ ਕੀ ਹੁੰਦਾ ਹੈ। ਸੋ ਜਿਹੇ ਲੋਕ ਨੇ ਉਹੋ ਜਿਹੀਆਂ ਗੱਲਾਂ ਕਰ ਲੈਂਦੇ ਨੇ। ਮਤਲਬ ਮੈਨੂੰ ਬਿਲਕੁਲ ਅੱਛੀ ਨਹੀਂ ਲੱਗੀ ਸਿਮਰਨਜੀਤ ਸਿੰਘ ਮਾਨ ਦੀ ਇਹ ਗੱਲ। ਖਾਲਿਸਤਾਨ ਦੀ ਗੱਲ ਤਾਂ ਉਹਨੇ ਖਾਲਿਸਤਾਨ ਦੀ ਗੱਲ ਦਾ ਮਾਹੌਲ ਉਡਾਤਾ। ਇਸ ਤਰ੍ਹਾਂ ਦੀ ਉਹਨਾਂ ਨੂੰ ਗੱਲ ਨਹੀਂ ਕਰਨੀ ਚਾਹੀਦੀ ਸੀ। ਬਾਕਾਇਦਾ ਕੋਈ ਗੱਲ ਨਹੀਂ, ਤੁਸੀਂ ਪੰਥ ਦੇ ਨੁਮਾਇੰਦਿਆਂ ਦੇ ਸਾਹਮਣੇ ਬੈਠੇ ਹੋ, ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੀ ਬਿਲਡਿੰਗ ਵਿੱਚ ਬੈਠੇ ਹੋ। ਤੁਹਾਨੂੰ ਬੇਸ਼ੱਕ ਸੰਖੇਪ ਸ਼ਬਦਾਂ ਦੇ ਵਿੱਚ, ਬਹੁਤ ਹੀ ਗੰਭੀਰਤਾ ਭਰੇ ਸ਼ਬਦਾਂ ਦੇ ਵਿੱਚ ਖਾਲਿਸਤਾਨ ਦੀ ਵਿਆਖਿਆ ਕਰਨੀ ਚਾਹੀਦੀ ਸੀ। ਭਾਵੇਂ ਕਿ ਪਿੱਛੋਂ ਕਹਿ ਦਿੰਦੇ ਕਿ ਮੇਰੇ ਆਪਣੇ ਵਿਚਾਰ ਨੇ, ਭਾਵੇਂ ਪਿੱਛੋਂ ਇਹ ਕਹਿ ਦਿੰਦੇ ਹੋ, ਲੇਕਿਨ ਉਹਨਾਂ ਦੀ ਜਿਹੜੀ ਵਿਆਖਿਆ ਹੋਣੀ ਚਾਹੀਦੀ ਸੀ ਬਹੁਤ ਗੰਭੀਰ ਹੋਣੀ ਚਾਹੀਦੀ ਸੀ, ਜਿਹੜੀ ਕਿ ਨਹੀਂ ਸੀ। ਉੱਥੇ ਕੋਈ ਮਤਲਬ ਨਹੀਂ, ਇਹਦਾ ਕੋਈ ਇੰਪੈਕਟ ਨਹੀਂ ਪਿਆ ਇਸ ਖਾਲਿਸਤਾਨ ਦਾ। ਸਿਮਰਨਜੀਤ ਸਿੰਘ ਮਾਨ ਦੇ ਕਹਿਣ ਦਾ ਕੋਈ ਇੰਪੈਕਟ ਨਹੀਂ ਪਿਆ, ਸਗੋਂ ਮਖੌਲ ਦੀ ਘੱਗਰੀ ਬਣ ਗਈ ਹੈ। ਬਿਲਕੁਲ। ਮੈਂ ਪ੍ਰੋਫੈਸਰ ਇਹਦੇ ਤੇ ਜਾਨਣਾ ਚਾਹੁੰਦਾ, ਦਰਸ਼ਕ ਵੀ ਜਾਨਣਾ ਚਾਹੁੰਦੇ ਹੋਣੇ ਕਿ ਖਾਲਿਸਤਾਨ ਅਸਲ ਦੇ ਵਿੱਚ ਕੀ ਵਾਕਈ ਏਜੰਸੀਆਂ ਦੀ ਪੈਦਾਇਸ਼ ਹੈ? ਜਿਵੇਂ ਕਹਿ ਦਿੱਤਾ ਜਾਂਦਾ ਹੈ ਕਿ ਇਹ ਮੁੱਦੇ ਨੂੰ ਸਿਰਫ ਸਿਆਸੀ ਹਥਿਆਰ ਬਣਾ ਕੇ ਵਰਤਿਆ ਜਾਂਦਾ, ਜਦੋਂ ਲੋੜ ਪੈਂਦੀ ਹੈ ਉਦੋਂ ਗੁਰਪਤਵੰਤ ਪੰਨੂ ਵਰਗੇ ਧਮਕੀਆਂ ਦੇ ਦਿੰਦੇ ਨੇ, ਜਾਂ ਇਧਰੋਂ ਪੰਜਾਬ ਦੇ ਵਿੱਚੋਂ ਕੋਈ ਇਹੋ ਜਿਹੀ ਲਹਿਰ ਖੜੀ ਕਰ ਦਿੱਤੀ ਜਾਂਦੀ ਹੈ, ਫਿਰ ਨੌਜਵਾਨ ਜੇਲ੍ਹਾਂ 'ਚ ਧੱਕ ਦਿੱਤੇ ਜਾਂਦੇ ਨੇ, ਫਿਰ ਉਸੇ ਤਰੀਕੇ ਦਾ ਮਾਹੌਲ ਬਣ ਜਾਂਦਾ ਹੈ, ਅੱਤਵਾਦ, ਖਾੜਕੂਵਾਦ, ਇਸ ਤਰ੍ਹਾਂ ਦੀਆਂ ਚਰਚਾਵਾਂ। ਕੀ ਵਾਕਈ ਏਜੰਸੀਆਂ ਦਾ ਕੰਮ ਹੈ ਜਾਂ ਫਿਰ ਇਹਦੀ ਲੋੜ ਹੈ? ਦੇਖੋ ਸੁਖਵਿੰਦਰ ਜੀ, ਮੈਨੂੰ ਇਹ ਤਾਂ ਪਤਾ ਨਹੀਂ ਕਿ ਇਹ ਏਜੰਸੀਆਂ ਦਾ ਕੰਮ ਹੈ ਜਾਂ ਕਿਹਦਾ ਕੰਮ ਹੈ ਇਹ, ਪਰ ਜਿਹੜਾ ਇੱਕ ਗੁਰਪਤਵੰਤ ਸਿੰਘ ਪੰਨੂ ਹੈ, ਮੈਂ ਇਹਨੂੰ ਇੱਕਦਮ ਰੱਦ ਕਰਦਾ। ਮੈਂ ਇਹਨੂੰ ਪਸੰਦ ਨਹੀਂ ਕਰਦਾ। ਇਹ ਸਾਡਾ ਮਖੌਲ ਉਡਵਾ ਰਿਹਾ ਹੈ ਸਾਰੀ ਦੁਨੀਆ ਦੇ ਵਿੱਚ। ਦੂਜੀ ਗੱਲ ਮੈਂ ਇਹ ਕਹਾਂਗਾ,
कि हुण तक जिन्हें भी खालिस्तान का मुद्दा चुकिया है वो हारिया होया सियासतदान। हुण तक सिर्फ हारे हुए सियासतदान ने खालिस्तान का मुद्दा चुकिया है। किसी गंभीर सियासतदान ने खालिस्तान का मुद्दा नहीं चुकिया। तुहानू जे पता होऊगा एक डॉक्टर जगजीत सिंह भी हुंदा सी, सुनिया ना कदे? जी सुनिया तुसीं कदे डॉक्टर जगजीत सिंह? डॉक्टर जगजीत सिंह चौहान शायद चौहान, हाँ जी हाँ जी हाँ। उन्हें भी विदेशों में ये मुद्दा चुकिया सी। विच किधर ही जगजीत सिंह, डॉक्टर जगजीत सिंह खत्म हो गया, किधर ही वह मुद्दा खत्म हो गया। जीवन सिंह उमरा नंगल भी सी एक, जिहदे पोते ने अनेक अतवादी मारे ने, उमरा नंगल ने। ਉਹਦਾ ਨਾਂ भी लगता कि ਜਿਹੜਾ बरगाड़ी वाला कांड है ਉਹਦਾ हथ है ਉਹਦੇ ਵਿੱਚ। ਉਹਦੀਆਂ ਇਨਕੁਆਰੀਆਂ भी हो रही ने ਉਹਦੀਆਂ। जीवन सिंह उमरा नंगल का पोता, उमरा नंगल ने भी खालिस्तान का मुद्दा चुकिया सी। मतलब तुसीं अंदाजा ਤਾਂ लगाओ ਕਿਹੋ ਜਿਹੇ ਬੰਦੇ खालिस्तान के मुद्दे ਨੂੰ चुक रहे ने, ਕਿਹੋ ਜਿਹੇ मतलब लीडरां ने खालिस्तान का मुद्दा चुकिया सी ते ਉਹਨਾਂ ਦਾ ਕੀ अंत हो गया, की सिੱਟਾ निकलिया। सो मेरा मनना यह है कि खालिस्तान का मुद्दा सुखविंदर जी बहुत गंभीरता भरिया है। ਇਹਨੂੰ ਜੇ ਕੋਈ ਭਾਈ ਚੁੱਕੇ, ਕੋਈ ਗੁਰੂ ਦਾ ਸਿੱਖ ਜੇ ਇਹਨੂੰ ਚੁੱਕੇ ਤਾਂ ਉਹ ਕਿਰਪਾ ਕਰਕੇ ਪੂਰੀ ਗੰਭੀਰਤਾ ਨਾਲ ਚੁੱਕੇ, ਪੂਰੀ ਗੰਭੀਰਤਾ ਨਾਲ ਇਹਦੇ ਤੇ ਬੋਲੇ। ਸਾਨੂੰ ਖਾਲਿਸਤਾਨ ਬਾਰੇ ਜੇ ਖਾਲਿਸਤਾਨ ਦੀ ਮੰਗ ਕਰਨੀ ਹੀ ਹੈ ਤਾਂ ਬਹੁਤ ਕੁਝ ਕਰਨਾ ਪਊਗਾ। ਆਪਣੀ ਸਿਆਣਪ ਦਿਖਾਉਣੀ ਪਊਗੀ ਸਾਨੂੰ ਕਿ ਅਸੀਂ ਆਪਣੀ ਸਟੇਟ ਮੰਗਣ ਲਈ ਕਿੰਨੇ ਕੁ ਸਿਆਣੇ ਆ। ਸਾਨੂੰ ਸਮਝ ਹੈ ਸਾਡੀ ਸਟੇਟ ਦੀ, ਸਾਨੂੰ ਪੋਲਿਟਿਕਸ ਦੀ ਸਮਝ ਹੈ। ਸਾਨੂੰ ਆਪਣੇ ਵਿਰੋਧੀਆਂ ਨੂੰ ਕਨਵਿੰਸ ਕਰਨਾ ਪਏਗਾ ਕਿ ਤੁਹਾਡੇ ਤੋਂ ਵੱਧ ਅਸੀਂ ਪੋਲਿਟਿਕਸ ਨੂੰ ਜਾਣਦੇ ਹਾਂ। ਪਰ ਅਸੀਂ ਤਾਂ ਪੋਲਿਟਿਕਸ ਨੂੰ ਜਾਣਦੇ ਹੀ ਕੁਝ ਨਹੀਂ, ਅਸੀਂ ਤਾਂ ਆਪਦਾ ਹੀ ਮਖੌਲ ਉਡਾ ਲੈਂਦੇ ਹਾਂ। ਪੰਜਾਬੀ ਸੂਬਾ ਅਸੀਂ ਇਸ ਉਮੀਦ ਨਾਲ ਬਣਾਇਆ ਸੀ ਕਿ ਸਿੱਖਾਂ ਦੀ ਮੈਜੋਰਟੀ ਹੋਏਗੀ, ਇੱਥੇ ਸਿੱਖ ਰਾਜ ਕਰਨਗੇ, ਮੈਜੋਰਟੀ ਵੀ ਹੋਗੀ ਪੰਜਾਬੀ ਸੂਬੇ ਦੇ ਵਿੱਚ। ਸਿੱਖਾਂ ਨੇ ਰਾਜ ਵੀ ਕੀਤਾ ਅਕਾਲੀਆਂ ਦੇ ਨਾਂ ਹੇਠ। ਉਹ ਅਕਾਲੀਆਂ ਦੇ ਰਾਜ ਦਾ ਸਿੱਟਾ ਤੁਹਾਡੇ ਸਾਹਮਣੇ ਹੈ। ਅੱਜ ਜਿੱਥੇ ਜਿਹੜੇ ਪੰਜਾਬ ਦੇ ਵਿੱਚ 70% ਦੇ ਕਰੀਬ ਸਿੱਖ ਮੈਜੋਰਟੀ ਹੈ, 70% ਦੇ ਕਰੀਬ, ਉਸ ਮੈਜੋਰਟੀ ਵਾਲੇ ਸੂਬੇ ਦੇ ਵਿੱਚ ਆਹ ਹਾਲ ਹੋਇਆ ਅਕਾਲੀਆਂ ਦਾ ਕਿ ਇਹਨਾਂ ਦੇ 117 ਵਿੱਚੋਂ 3 ਮੈਂਬਰ ਜਿੱਤੇ ਗਏ। ਇਹ ਹਾਲ ਹੈ। ਤੁਸੀਂ ਆਪੇ ਅੰਦਾਜ਼ਾ ਲਗਾ ਲਓ ਇਹ ਕਿੰਨੇ ਗੰਭੀਰ ਸਿਆਸਤਦਾਨ ਨੇ, ਇਹ ਸਿੱਖ ਸਿਆਸਤ ਦੇ ਕਿੰਨੇ ਕੁ ਗੰਭੀਰ ਵਿਆਖਿਆਕਾਰ ਨੇ। ਇਹ ਤਾਂ ਆਪਣੇ ਬੰਦਿਆਂ ਨੂੰ ਕਨਵਿੰਸ ਨਹੀਂ ਕਰ ਸਕਦੇ, ਬਾਹਰਲੇ ਬੰਦਿਆਂ ਨੂੰ ਕਨਵਿੰਸ ਕਿਵੇਂ ਕਰਨਗੇ। ਸਾਡੀ ਵਿਆਖਿਆ ਰਾਜਨੀਤੀ ਦੀ ਸਮਝ ਇਹੀ ਜੀ ਹੋਣੀ ਚਾਹੀਦੀ ਹੈ ਕਿ ਅਸੀਂ UN ਵਿੱਚ ਜਾ ਕੇ ਜੇ ਬੋਲੀਏ ਅਸੀਂ ਉੱਥੇ ਵੀ ਜਾ ਕੇ ਕਨਵਿੰਸ ਕਰਾ ਸਕੀਏ। ਜੇ USA ਦੀ ਅਸੈਂਬਲੀ ਵਿੱਚ ਵੀ, ਪਾਰਲੀਮੈਂਟ ਵਿੱਚ ਵੀ ਜਾ ਕੇ ਬੋਲੀਏ ਅਸੀਂ ਉੱਥੇ ਵੀ ਆਪਣੀ ਪੋਲਿਟਿਕਸ ਬਾਰੇ ਉਹਨਾਂ ਨੂੰ ਯਕੀਨ ਦਿਵਾ ਸਕੀਏ, ਯਕੀਨ ਕਰਵਾ ਸਕੀਏ। ਅਸੀਂ ਤਾਂ ਇੱਥੇ ਆਪਣੇ ਆਪ ਨੂੰ ਵੀ ਯਕੀਨ ਨਹੀਂ ਕਰਵਾ ਸਕਦੇ। ਸੋ ਇਹ ਬਹੁਤ ਗੰਭੀਰ ਮੁੱਦਾ ਹੈ। ਮੈਨੂੰ ਇਸ ਦਾ ਦੁੱਖ ਹੈ ਕਿ ਅਸੀਂ ਕਦੇ ਗੰਭੀਰਤਾ ਇਹਦੇ ਬਾਰੇ ਨਹੀਂ ਦਿਖਾਈ। ਪ੍ਰੋਫੈਸਰ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਜਥੇਦਾਰ ਸਾਹਿਬ ਦੀ ਚਿੰਤਾ ਵੀ ਦੇਖੀ ਹੋਣੀ ਘੱਟ ਗਿਣਤੀਆਂ ਵਾਲੇ ਮਸਲੇ ਦੇ ਉੱਤੇ। ਉਹ ਕਹਿੰਦੇ ਕਿ ਇਹ ਰੁਤਬਾ ਮੁਲਕ ਦੇ ਵਿੱਚ ਜਿਸ ਤਰੀਕੇ ਨਾਲ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਿਵੇਂ ਚਰਚਾਵਾਂ ਚੱਲ ਰਹੀਆਂ ਕੇਂਦਰ ਦੇ ਵਿੱਚ, ਮਾਨਯੋਗ ਸੁਪਰੀਮ ਕੋਰਟ 'ਚ ਵੀ ਚੱਲ ਰਹੀਆਂ ਕਿ ਜਿਨ੍ਹਾਂ ਸੂਬਿਆਂ ਦੇ ਵਿੱਚ ਜਿਹੜੇ ਵੱਧ ਗਿਣਤੀ ਦੇ ਵਿੱਚ ਨੇ ਉਹਨਾਂ ਨੂੰ ਬਹੁ ਗਿਣਤੀ ਤੇ ਜਿਹੜੇ ਘੱਟ ਨੇ ਉਹਨਾਂ ਨੂੰ ਘੱਟ ਗਿਣਤੀ ਕਰ ਦਿੱਤਾ ਜਾਏ। ਏਦਾਂ ਫਿਰ ਸਿੱਖ ਜਿਹੜੇ ਨੇ ਮੁਲਕ ਦੇ ਵੱਖ-ਵੱਖ ਥਾਵਾਂ ਤੇ ਘੱਟ ਗਿਣਤੀ ਹੋ ਜਾਣਗੇ। ਜਿੱਥੇ ਹਿੰਦੂ ਘੱਟ ਗਿਣਤੀ 'ਚ ਨੇ ਉਹ ਘੱਟ ਗਿਣਤੀ ਹੋ ਜਾਣਗੇ, ਜਿੱਥੇ ਬਹੁ ਗਿਣਤੀ 'ਚ ਨੇ ਤੇ ਉਹ ਬਹੁ ਗਿਣਤੀ ਸਟੇਟ ਬਣ ਜੂਗੀ। ਇਹਦਾ ਕੋਈ ਫਾਇਦਾ ਦਿਖਦਾ ਤੁਹਾਨੂੰ? ਦੇਖੋ ਸੁਖਵਿੰਦਰ ਜੀ, ਸਿੱਧੀ ਜੀ ਗੱਲ ਹੈ, ਜੇ ਤੁਸੀਂ ਡੈਮੋਕ੍ਰੇਟਿਕ ਢਾਂਚੇ 'ਚ ਰਹਿਣਾ ਜਿਸ ਤਰ੍ਹਾਂ ਅਸੀਂ ਰਹਿ ਰਹੇ ਹਾਂ, ਉੱਥੇ ਤਾਂ ਘੱਟ ਗਿਣਤੀ ਦਾ ਵੀ ਤੇ ਬਹੁ ਗਿਣਤੀ ਦਾ ਸਵਾਲ ਆਏਗਾ ਹੀ ਆਏਗਾ। ਇਹ ਤੋਂ ਬਚ ਨਹੀਂ ਸਕਦੇ ਅਸੀਂ। ਸਾਡੀ ਗਿਣਤੀ ਬਹੁਤ ਥੋੜੀ ਹੈ। ਸਾਡੇ ਜਿਹੜੇ ਦੂਜੇ ਸਾਡੇ ਫਿਰਕੇ ਭਰਾ ਨੇ ਉਹਨਾਂ ਦੀ ਗਿਣਤੀ ਬਹੁਤ ਵੱਡੀ ਹੈ। ਇਹਦੇ ਤੋਂ ਤੁਹਾਡਾ ਛੁਟਕਾਰਾ ਨਹੀਂ ਹੋ ਸਕਦਾ। ਇਹਦੇ ਵਿੱਚੋਂ ਤੁਸੀਂ ਕਿਵੇਂ ਨਿਕਲਣਾ ਇਹ ਤੁਹਾਡੀ ਸਿਆਣਪ ਤੇ ਡਿਪੈਂਡ ਕਰਦਾ ਹੈ। ਤੁਸੀਂ ਹੁਣ ਇਸ ਸਮੇਂ ਤੁਸੀਂ ਹਿੰਦੁਸਤਾਨ ਦੇ ਵਿੱਚ ਸ਼ਾਮਲ ਹੋ। 47 ਵਾਲੀ ਗੱਲ ਗਈ, 47 ਤੋਂ ਪਹਿਲਾਂ ਹਾਲਾਤ ਹੋਰ ਸਨ। ਉਦੋਂ ਹਿੰਦੂ ਤੇ ਸਿੱਖ ਮਿਲ ਕੇ ਘੱਟ ਗਿਣਤੀ 'ਚ ਹੁੰਦੇ ਸੀ ਪੰਜਾਬ ਦੇ ਵਿੱਚ, ਲੇਕਿਨ ਉਹ ਦੋਨੇ ਇਕੱਠੇ ਹੋ ਜਾਂਦੇ ਸੀ, ਉਹਨਾਂ ਦਾ ਗੁਜ਼ਾਰਾ ਹੋ ਜਾਂਦਾ ਸੀ। 47 'ਚ ਵੰਡ ਹੋ ਗਈ, ਵੰਡ ਦੇ ਵਿੱਚ ਸਿੱਖ ਇੱਧਰ ਆ ਗਏ। ਮੈਨੂੰ ਨਹੀਂ ਸਮਝ ਆਈ ਕਿ ਕਿਉਂ ਆਏ, ਕਿਵੇਂ ਆਏ ਇਹ। ਹਾਲਾਂਕਿ ਉਧਰ ਰਹਿਣ ਦੇ ਬੜੇ ਬੰਦੋਬਸਤ ਹੋ ਸਕਦੇ ਸੀ। ਚਲੋ ਉਹ ਤਾਂ ਗੱਲਾਂ ਗੁਜ਼ਰ ਗਈਆਂ। ਹੁਣ ਸਿਰਫ ਗੱਲਾਂ ਹੁਣ ਕੁੱਟਣ ਵਾਲੀ, ਸੱਪ ਨੂੰ ਕੁੱਟਣਾ, ਮਰੇ ਹੋਏ ਸੱਪ ਨੂੰ ਕੁੱਟਣ ਵਾਲੀ ਗੱਲ ਹੈ। ਜਿੰਨਾ ਮਰਜ਼ੀ ਕੁੱਟੀ ਜਾਓ, ਹੁਣ ਉਹਨਾਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ, ਉਹ ਵਕਤ ਨਿਕਲ ਚੁੱਕਿਆ।
ਹੁਣ ਅਸੀਂ ਹਿੰਦੁਸਤਾਨ ਦਾ ਇੱਕ ਹਿੱਸਾ ਬਣ ਚੁੱਕੇ ਹਾਂ, ਭਾਵੇਂ ਮਰਜ਼ੀ ਨਾਲ ਬਣਿਓ, ਭਾਵੇਂ ਆਪਦੀ ਮਤਲਬ ਮਰਜ਼ੀ ਤੋਂ ਉਲਟ ਬਣਿਓ। ਹੁਣ ਤੁਹਾਨੂੰ ਇੱਥੋਂ ਦੇ ਢਾਂਚੇ ਵਿੱਚ ਹੀ ਰਹਿ ਕੇ ਚੱਲਣਾ ਪਊਗਾ। ਹੁਣ ਤੁਹਾਨੂੰ ਆਪਣੀ ਸਿਆਣਪ ਨਾਲ ਚੱਲਣਾ ਪਊਗਾ ਕਿ ਤੁਸੀਂ ਐਡੀ ਵੱਡੀ ਮੈਜੋਰਟੀ ਦੇ ਵਿੱਚ ਰਹਿੰਦੇ ਹੋਇਆਂ ਆਪਣੇ ਆਪ ਨੂੰ ਕਿਵੇਂ ਸੰਭਾਲ ਕੇ ਚੱਲਣਾ ਹੈ। ਦੇਖੋ, ਗਿਣਤੀ ਸਾਡੀ ਥੋੜੀ ਹੈ, ਜਥੇਦਾਰ ਦੀਆਂ ਕਾਫੀ ਗੱਲਾਂ ਨੇ, ਮੈਨੂੰ ਵੀ ਪਤਾ ਉਹਨਾਂ ਗੱਲਾਂ ਦਾ, ਕਿ ਇੱਕ ਗੱਲ ਦੀ ਤਾਂ ਹਮਾਇਤ ਮੈਂ ਵੀ ਕਰਾਂਗਾ ਜਥੇਦਾਰ ਦੀ, ਕਿ ਸਿੱਖਾਂ ਦੀ ਜਿਹੜੀ ਜਨਰੇਸ਼ਨ ਹੈ ਆਉਣ ਵਾਲੀ, ਉਹ ਉਸ ਤਰੀਕੇ ਨਾਲ ਨਹੀਂ ਵੱਧ ਰਹੀ ਜਿਵੇਂ ਹਿੰਦੁਸਤਾਨ ਵਿੱਚ ਰਹਿਣ ਵਾਲੀਆਂ ਬਾਕੀ ਕੌਮਾਂ ਦੀ ਜਨਰੇਸ਼ਨ ਵੱਧ ਰਹੀ ਹੈ। ਮੁਸਲਮਾਨਾਂ ਦੀ ਜਨਰੇਸ਼ਨ ਹੱਦੋਂ ਵੱਧ ਤਰੀਕੇ ਨਾਲ ਵੱਧ ਰਹੀ ਹੈ। ਉਹਨਾਂ ਦਾ ਟੀਚਾ ਹੀ ਇਹ ਹੈ ਕਿ ਵੱਧ ਤੋਂ ਵੱਧ ਬੱਚੇ ਪੈਦਾ ਕਰੋ। ਉਹਨਾਂ ਦਾ ਟੀਚਾ ਹੀ ਇਹ ਹੈ। ਤੁਸੀਂ ਪਾਕਿਸਤਾਨ ਦੇ ਸ਼ਹਿਰਾਂ ਦੀ ਆਬਾਦੀ ਦੇਖੋ, ਹੁਣ ਜਿਹੜੀ 47 ਵੇਲੇ ਉੱਥੇ ਕੁਝ ਵੀ ਨਹੀਂ ਸੀ, ਹੁਣ ਇੰਨਾ ਉੱਥੇ ਬਚਖਾਨਾ ਪੈਦਾ ਹੋਇਆ ਪਿਆ, ਇੰਨੀ ਜਨਤਾ ਹੋਈ ਹੈ ਕਿ ਬਾਜ਼ਾਰਾਂ ਦੇ ਵਿੱਚ ਦੀ ਤੁਸੀਂ ਤੁਰ ਨਹੀਂ ਸਕਦੇ ਉੱਥੋਂ। ਹਿੰਦੁਸਤਾਨ ਦੂਜੇ ਨੰਬਰ ਤੇ ਹਿੰਦੁਸਤਾਨ ਦੀ ਜਿਹੜੀ ਆਬਾਦੀ ਹੈ ਉਹਦੇ ਵਿੱਚ ਹੱਦੋਂ ਵੱਧ ਮਤਲਬ ਵਾਧਾ ਹੋ ਰਿਹਾ ਹੈ। ਜਦੋਂ ਤੁਹਾਡੀਆਂ ਜਿਹੜੀਆਂ ਇਮੀਡੀਏਟਲੀ ਵਿਰੋਧ ਵਿੱਚ ਆਉਣ ਵਾਲੀਆਂ ਦੋ ਕਮਿਊਨਿਟੀਆਂ ਨੇ, ਜਦੋਂ ਉਹਨਾਂ ਦੀ ਜਨਰੇਸ਼ਨ ਵਿੱਚ ਇਤਨਾ ਹੱਦੋਂ ਵੱਧ ਵਾਧਾ ਹੋ ਰਿਹਾ ਹੈ, ਸਾਡੀ ਜਨਰੇਸ਼ਨ ਦੇ ਵਿੱਚ ਉਸ ਤਰ੍ਹਾਂ ਦਾ ਵਾਧਾ ਨਹੀਂ ਹੋ ਰਿਹਾ, ਬਹੁਤ ਘੱਟ ਵਾਧਾ ਹੋ ਰਿਹਾ ਹੈ। ਸੋ ਇੱਕ ਤਾਂ ਸਾਨੂੰ ਇਹਦੇ ਬਾਰੇ ਦੇਖਣਾ ਪਏਗਾ ਕਿ ਸਾਡੀ ਆਬਾਦੀ ਕਿਸ ਤਰ੍ਹਾਂ ਦੀ ਵਧਣੀ ਚਾਹੀਦੀ ਹੈ। ਇਹ ਵਧਣੀ ਚਾਹੀਦੀ ਹੈ, ਵਧਾਉਣੀ ਪਏਗੀ ਤੁਹਾਨੂੰ। ਹਾਂ, ਇੱਕ ਗੱਲ ਮੈਂ ਇਹਦੇ ਵਿੱਚ ਜ਼ਰੂਰ ਕਹਾਂਗਾ ਕਿ ਜੋ ਕੁਝ ਤੁਹਾਡੀ ਕੁਆਲਿਟੀ ਦੇ ਵਿੱਚ ਭਰਿਆ ਜਾਂਦਾ ਹੈ, ਸ਼ਾਇਦ ਤੁਹਾਡੀ ਕੁਆਂਟੀਟੀ ਉਤਨਾ ਕੰਮ ਨਾ ਕਰ ਸਕਦੀ ਹੋਵੇ, ਪਰ ਸੁਖਵਿੰਦਰ ਜੀ ਇਕੱਲੀ ਤੁਹਾਡੀ ਕੁਆਲਿਟੀ ਹੀ ਕੀ ਕਰੂਗੀ। ਇੱਕ 1.25 ਲੱਖ ਨਾਲ ਲੜਨ ਵਾਲੇ ਬੰਦੇ ਨੂੰ ਜੇ ਹਜ਼ਾਰ ਦਾ ਬੰਦਾ ਘੇਰ ਕੇ ਖੜ ਗਿਆ, ਉਹਦੀ 1.25 ਲੱਖ ਵਾਲੀ ਲੜਨ ਵਾਲੀ ਕੁਆਲਿਟੀ ਕੀ ਕਰੂਗੀ ਉੱਤੇ। ਸੋ ਦੋਨੇ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ। ਆਪਣੀ ਕੁਆਲਿਟੀ ਵੀ ਵਧਾਓ। ਕੁਆਲਿਟੀ ਦਾ ਮਤਲਬ ਹੈ ਆਪਣੀ ਅਕਲ ਨੂੰ ਵਧਾਓ, ਆਪਣੀ ਨੌਲੇਜ ਨੂੰ ਵਧਾਓ, ਆਪਣਾ ਕਰੈਕਟਰ ਡਿਵੈਲਪ ਕਰੋ। ਜਦ ਤੱਕ ਤੁਸੀਂ ਕਰੈਕਟਰ ਡਿਵੈਲਪ ਨਹੀਂ ਕਰਦੇ, ਸਿੱਖ ਕਰੈਕਟਰ ਡਿਵੈਲਪ ਨਹੀਂ ਕਰਦੇ, ਪੰਜਾਬੀ ਕਰੈਕਟਰ ਡਿਵੈਲਪ ਨਹੀਂ ਕਰਦੇ, ਤੁਸੀਂ ਕਿਸੇ ਨਾਲ ਪੂਰੇ ਵਿਸ਼ਵਾਸ ਨਾਲ ਗੱਲ ਨਹੀਂ ਕਰ ਸਕੋਗੇ। ਅਸੀਂ ਆਪਣੇ ਕਰੈਕਟਰ ਦੇ ਵਿੱਚ ਪੱਕੇ ਹੋਵਾਂਗੇ, ਸਾਡਾ ਆਤਮ ਵਿਸ਼ਵਾਸ ਵੀ ਬਣੇਗਾ। ਤੁਹਾਡਾ ਧਰਮ ਤੁਹਾਡੇ ਆਤਮ ਵਿਸ਼ਵਾਸ ਨੂੰ ਐਸਟੈਬਲਿਸ਼ ਕਰਦਾ ਹੈ। ਜੇ ਤੁਹਾਡਾ ਆਪਣਾ ਕਰੈਕਟਰ ਹੀ ਨਹੀਂ ਹੈ, ਤੁਸੀਂ ਆਤਮ ਵਿਸ਼ਵਾਸੀ ਹੋ ਹੀ ਨਹੀਂ ਸਕੋਗੇ। ਦੂਜਿਆਂ ਦੇ ਨਾਲ ਗੱਲ ਕਰਨ ਲਈ ਤੁਹਾਡੇ 'ਚ ਆਤਮ ਵਿਸ਼ਵਾਸ ਹੋਣਾ ਚਾਹੀਦਾ ਹੈ। ਆਤਮ ਵਿਸ਼ਵਾਸ ਲਈ ਦੋ ਸ਼ਰਤਾਂ ਨੇ, ਦੋ ਗੱਲਾਂ। ਇੱਕ ਤਾਂ ਕਰੈਕਟਰ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ, ਇੱਕ ਤੁਹਾਨੂੰ ਗਿਆਨ ਹੋਣਾ ਚਾਹੀਦਾ ਹੈ। ਗਿਆਨ ਲਈ ਗੁਰੂ ਸਾਹਿਬਾਨ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਗਿਆਨ ਦਾ ਭੰਡਾਰ ਹੈ। ਜੇ ਸਿੱਖ ਗੁਰੂ ਗ੍ਰੰਥ ਸਾਹਿਬ ਤੇ ਕੇਂਦਰਿਤ ਹੋ ਕੇ ਹੀ ਆਪਣੇ ਗਿਆਨ ਦਾ ਵਿਖਾਵਾ ਕਰੇ, ਇਹ ਗਿਆਨ ਹੀ ਬਹੁਤ ਵੱਡਾ ਹੈ। ਦੂਜੀ ਗੱਲ, ਆਪਣੇ ਆਪ ਦੇ ਸਿੱਖ ਕਰੈਕਟਰ ਨੂੰ ਉਭਾਰੋ, ਤਾਂ ਹੀ ਅਸੀਂ ਇਸ ਡੈਮੋਕ੍ਰੇਟਿਕ ਢਾਂਚੇ 'ਚ ਵਿਚਰ ਕੇ ਆਪਣੀ ਸੁਰੱਖਿਆ ਕਰ ਸਕਾਂਗੇ। ਨਹੀਂ ਤਾਂ ਭਾਈ ਮਾਰਾ ਖਾਂਦੇ ਰਹਾਂਗੇ ਜਿਵੇਂ ਹੁਣ ਤੱਕ ਖਾਂਦੇ ਆ ਰਹੇ ਹਾਂ ਜੀ। ਮੈਂ ਪ੍ਰੋਫੈਸਰ ਸਾਹਿਬ ਆਖਰੀ ਸਵਾਲ ਇਹ ਪੁੱਛਣਾ, ਇਸੇ ਤੇ ਆਉਣਾ ਸੀਗਾ ਕਿ ਆਖਿਰਕਾਰ ਅੱਜ ਦੀ ਸਿਆਸਤ ਦੇ ਵਿੱਚ ਸਿੱਖਾਂ ਦਾ ਭਵਿੱਖ ਕੀ ਦੇਖਦੇ ਹੋ? ਭਵਿੱਖ ਇਹੀ ਹੈ ਸੁਖਵਿੰਦਰ ਜੀ, ਜਦ ਤੱਕ ਜੇ ਤੁਸੀਂ ਸਿੱਖ ਹੋ ਤਾਂ ਜਦ ਤੱਕ ਤੁਸੀਂ ਸਿੱਖੀ ਦੇ ਵਿੱਚ ਪਰਪੱਕ ਨਹੀਂ ਹੋਵੋਗੇ, ਪੰਥ ਦੀ ਰੱਖਿਆ ਨਹੀਂ ਕਰ ਸਕੋਗੇ। ਤੁਸੀਂ ਪੰਥ ਦੇ ਹਿੱਤਾਂ ਲਈ ਨਹੀਂ ਲੜ ਸਕੋਗੇ। ਤੁਹਾਨੂੰ ਪਹਿਲਾਂ ਪੰਥ ਦੇ ਹਿੱਤਾਂ ਨੂੰ ਤਰਜੀਹ ਦੇਣੀ ਪਏਗੀ। ਪੰਥ ਦੇ ਹਿੱਤਾਂ ਨੂੰ, ਪੰਥ ਦੇ ਹਿੱਤਾਂ ਦੇ ਪਿੱਛੋਂ ਤੁਹਾਨੂੰ ਬਾਕੀ ਮੁੱਦਿਆਂ ਨੂੰ ਤਰਜੀਹ ਦੇਣੀ ਪਏਗੀ। ਪਹਿਲਾਂ ਪੰਥਕ ਮੁੱਦਿਆਂ ਨੂੰ, ਜੇ ਪੰਥ ਦੇ ਨੁਮਾਇੰਦੇ ਬਣ ਕੇ ਤੁਸੀਂ ਵਿਚਰਨਾ ਹੈ ਤਾਂ ਪੰਥ ਦੇ ਮੁੱਦਿਆਂ ਨੂੰ ਤਰਜੀਹ ਦੇਣੀ ਪਏਗੀ। ਅਸੀਂ ਪੰਜਾਬ ਦੇ ਵਿੱਚ ਰਹਿਣ ਵਾਲੇ ਹਾਂ, ਸਾਡਾ ਜਿਹੜਾ ਜ਼ਿੰਦਗੀ ਅਤੇ ਮੌਤ ਹੈ ਪੰਜਾਬ ਨਾਲ ਰਿਲੇਟਡ ਹੈ। ਸਾਡਾ ਪੰਥ ਤੇ ਪੰਜਾਬ ਅੱਜ ਇਕੱਠਾ ਮੁੱਦਾ ਹੈ, ਇੱਕ ਹੀ, ਇਹਨੂੰ ਅਲੱਗ-ਅਲੱਗ ਨਹੀਂ ਕੀਤਾ ਜਾ ਸਕਦਾ। ਪੰਥ ਤੇ ਪੰਜਾਬ, ਸਿੱਖ ਤੇ ਪੰਜਾਬ ਇੱਕੋ ਹੀ ਮੁੱਦੇ ਦੇ ਦੋ ਪਾਸੇ ਨੇ, ਇੱਕੋ ਹੀ ਸਿੱਕੇ ਦੇ ਦੋ ਪਾਸੇ ਨੇ। ਸਿੱਖੀ ਚੜ੍ਹਦੀ ਕਲਾ ਵਿੱਚ ਜਾ ਰਹੀ ਆ, ਪੰਜਾਬ ਵੀ ਚੜ੍ਹਦੀ ਕਲਾ 'ਚ ਜਾਏਗਾ। ਸਿੱਖੀ ਢਹਿੰਦੀ ਕਲਾ 'ਚ ਜਾਏਗੀ, ਪੰਜਾਬ ਵੀ ਢਹਿੰਦੀ ਕਲਾ 'ਚ ਜਾਏਗਾ। ਤੁਹਾਡੇ ਸਾਹਮਣੇ ਹੈ ਇਸ ਸਮੇਂ ਸਿੱਖੀ ਢਹਿੰਦੀ ਕਲਾ 'ਚ ਗਈ ਹੋਈ ਹੈ, ਔਰ ਪੰਜਾਬ ਦੇ ਮੁੱਦੇ ਵੀ ਢਹਿੰਦੀ ਕਲਾ 'ਚ ਨੇ। ਜਿਹਦਾ ਜੀ ਕਰਦਾ ਹੈ, ਜਿਹਦਾ ਦਾ ਲੱਗਦਾ, ਉਹ ਪੰਜਾਬ ਦੇ ਪਾਣੀਆਂ ਨੂੰ ਲੁੱਟ ਕੇ ਲੈ ਜਾਂਦਾ ਹੈ।
ਕਿਉਂ? ਉਹਨੂੰ ਪਤਾ ਹੈ ਕਿ ਪੰਜਾਬ ਦੇ ਮੁੱਦਿਆਂ ਦੀ ਰਾਖੀ ਕਰਨ ਵਾਲੇ ਖੁਦ ਡਰਪੋਕ ਲੋਕ ਨੇ, ਖੁਦ ਸਵਾਰਥੀ ਲੋਕ ਨੇ, ਖੁਦ ਸੈਲਫਿਸ਼ ਇੰਟਰਸਟ ਲਈ ਭੱਜੇ ਫਿਰਦੇ ਹੋ। ਜੇ ਬਾਹਰਲੇ ਬੰਦਿਆਂ ਨੂੰ ਜਦੋਂ ਤੱਕ ਇਹ ਪਤਾ ਨਹੀਂ ਲੱਗਦਾ ਕਿ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੀ ਰਾਖੀ ਲਈ ਖਾਲਸਾ ਪੰਥ 24 ਘੰਟੇ ਅਲਰਟ ਰਹਿੰਦਾ ਹੈ, ਜਦੋਂ ਤੱਕ ਉਹਨਾਂ ਨੂੰ ਇਹ ਵਿਸ਼ਵਾਸ ਨਹੀਂ ਹੋਏਗਾ ਕਿ ਪੰਜਾਬ ਦੇ ਪਾਣੀਆਂ ਦੇ ਰਾਖੀ ਕਰਨ ਵਾਲੇ 24 ਘੰਟਿਆਂ ਲਈ ਅਲਰਟ ਹੋਏ ਬੈਠੇ ਨੇ, ਤਾਂ ਉਹ ਕਦੇ ਵੀ ਪੰਜਾਬ ਦੇ ਪਾਣੀਆਂ ਨੂੰ ਹੱਥ ਨਹੀਂ ਪਾ ਸਕਣਗੇ। ਇਵੇਂ ਜਿਵੇਂ ਪੰਜਾਬ ਦੇ ਜਿਹੜੇ ਹੋਰ ਮੁੱਦੇ ਨੇ ਉਹਨਾਂ ਨੂੰ ਜਦੋਂ ਤੱਕ ਇਹ ਨਹੀਂ ਯਕੀਨ ਹੁੰਦਾ ਕਿ ਇਹਨਾਂ ਦੀ ਰਾਖੀ ਕਰਨ ਵਾਲੇ ਕਿੰਨੇ ਅਲਰਟ ਲੋਕ ਨੇ, ਉਦੋਂ ਤੱਕ ਭਾਈ ਉਹ ਸਾਡੇ ਕੋਲੋਂ ਡਰਨਗੇ ਨਹੀਂ, ਸਗੋਂ ਸਾਨੂੰ ਉਹ ਲੁੱਟਣ ਦੀ ਕੋਸ਼ਿਸ਼ ਕਰਨਗੇ, ਜਿਵੇਂ ਕਿ ਲੁੱਟਦੇ ਆ ਰਹੇ ਨੇ। ਆ ਪਰਸੋਂ ਚੌਥੇ ਮੇਰੇ ਖਿਆਲ 'ਚ SYL ਦਾ ਇੱਕ ਸੁਣਵਾਈ ਸੀ ਸੁਪਰੀਮ ਕੋਰਟ ਦੇ ਵਿੱਚ। ਜਿਵੇਂ ਫੇਸਬੁੱਕ ਤੇ ਕੋਈ ਜਾਣਕਾਰੀ ਆਉਂਦੀ ਰਹੀ ਹੈ, ਉਹਦੇ ਤੇ ਪਤਾ ਲੱਗਿਆ ਕਿ ਪੰਜਾਬ ਸਰਕਾਰ ਦਾ ਕੋਈ ਉੱਥੇ ਕੋਈ ਸੀਰੀਅਸ ਵਕੀਲ, ਕੋਈ ਸੀਨੀਅਰ ਵਕੀਲ ਉੱਥੇ ਸੁਣਵਾਈ ਕਰਨ ਨਹੀਂ ਗਿਆ। ਸੀਨੀਅਰ ਵਕੀਲ ਚਲੇ ਗਏ ਸੀ ਉਹ ਜਿਹੜਾ ਬੱਗਾ ਫੜਿਆ ਦਿੱਲੀ, ਤੇ ਉੱਥੇ ਉਹਦਾ ਕੇਸ ਲੜਨ। ਜੇ ਇਹੀ ਗੱਲਾਂ ਰਹੀਆਂ ਭਾਈ, ਜਿਹੜਾ ਮਾੜਾ ਮੋਟਾ ਪਾਣੀ ਬਚਦਾ ਨਾ ਸੁਖਵਿੰਦਰ ਜੀ, ਇਹ ਵੀ ਜਾਂਦਾ ਰਹੂਗਾ। ਅਸੀਂ ਬਹੁਤ ਬੁਰੀ ਤਰ੍ਹਾਂ ਫਸ ਚੁੱਕੇ ਹਾਂ। ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਬਣੀ ਹੋਈ ਹੈ, ਇਹਨੂੰ ਤੁਸੀਂ ਭਾਵੇਂ ਕੁਝ ਵੀ ਕਹੋ, ਕੋਈ 92 MLA ਬਣ ਗਏ ਤੇ ਵੋਟਾਂ ਪੈ ਗਈਆਂ, ਕੁਝ ਵੀ ਕਹੋ, ਇਹ ਪੰਜਾਬ ਦੇ ਮੂੰਹ ਵਿੱਚ ਕੋੜ ਕਿਰਲੀ ਵਾਲੀ ਗੱਲ ਹੈ। ਜਿਵੇਂ ਸੱਪ ਦੇ ਮੂੰਹ 'ਚ ਆਪਾਂ ਕੋੜ ਕਿਰਲੀ ਕਹਿ ਦਿੰਦੇ ਹਾਂ। ਪੰਜਾਬ ਐਸੇ ਚੁਰਸਤੇ ਤੇ ਖੜ ਗਿਆ ਇਸ ਹਕੂਮਤ ਦੇ ਹੁੰਦਿਆਂ, ਨਾ ਪੰਜਾਬ ਨੂੰ ਇਹ ਪਤਾ ਲੱਗ ਰਿਹਾ ਹੈ ਕਿ ਇਹ ਮੇਰੇ ਹਿੱਤਾਂ ਦੀ ਰਾਖੀ ਕਰ ਰਹੇ ਨੇ ਜਾਂ ਮੇਰੇ ਹਿੱਤਾਂ ਨੂੰ ਇਹ ਢਾਹ ਪਹੁੰਚਾ ਰਹੇ ਨੇ। ਕਿਸੇ ਨੂੰ ਵੀ ਇਹ ਅਜੇ ਤੱਕ ਮੁੱਦਾ ਸਮਝ ਨਹੀਂ ਆ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਮੁੱਦਿਆਂ ਦੀ ਰਾਖੀ ਲਈ ਬਣੀ ਹੈ ਜਾਂ ਪੰਜਾਬ ਦੇ ਮੁੱਦਿਆਂ ਨੂੰ ਉਜਾੜਨ ਲਈ ਬਣੀ ਹੈ। ਅਜੇ ਤੱਕ ਇਹਦਾ ਯਕੀਨ ਹੀ ਨਹੀਂ ਹੋਇਆ ਕਿਸੇ ਪੰਜਾਬੀ ਨੂੰ। ਸੋ ਪੰਜਾਬ ਬਹੁਤ ਕ੍ਰਿਟੀਕਲ ਰਸਤੇ ਤੇ ਹੈ। ਪਤਾ ਨਹੀਂ ਕਿੰਨਾ ਕੁ ਚਿਰ ਖੜੇਗਾ, 5 ਸਾਲ ਤੱਕ ਘੱਟੋ ਘੱਟ ਹੈਗੇ। ਰੱਬ ਸੁੱਖ ਰੱਖੇ, ਪੰਜਾਬ ਦੇ ਪਾਣੀ ਸਲਾਮਤ ਰਹਿਣ, ਪੰਜਾਬ ਦੇ ਮੁੱਦੇ ਸਲਾਮਤ ਰਹਿਣ। ਪਤਾ ਨਹੀਂ ਕੀ ਹਾਲ ਹੋਊਗਾ, ਕੀ ਨਹੀਂ ਹਾਲ ਹੋਊਗਾ, ਲੇਕਿਨ ਅਸੀਂ ਪੰਜਾਬੀਆਂ ਨੇ ਖੁਦ ਆਪਣੀ ਕਿਸਮਤ ਉਹਨਾਂ ਲੋਕਾਂ ਦੇ ਹੱਥਾਂ 'ਚ ਫੜਾ ਰਹੀ ਹੈ ਜਿਹੜੇ ਸਾਡੇ ਲਈ ਬਗਾਨੇ ਨੇ, ਜਿਨ੍ਹਾਂ ਤੇ ਸਾਡਾ ਕੋਈ ਯਕੀਨ ਨਹੀਂ ਹੈ। ਵੋਟਾਂ ਪਾ ਦਿੱਤੀਆਂ, ਉਹਨਾਂ ਨੇ 92 ਬੰਦੇ ਜਿਤਾ ਦਿੱਤੇ, ਹੁਣ 5 ਸਾਲ ਭੁਗਤਣਾ ਪਏਗਾ। ਮਾੜਾ ਭੁਗਤਦੇ ਆ ਜਾਂ ਚੰਗਾ ਭੁਗਤਦੇ ਆ, ਇਹ ਸਮਾਂ ਦੱਸੇਗਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਸਾਨੂੰ ਆਪਣੇ ਹੱਕਾਂ ਲਈ ਲੜਦੇ ਰਹਿਣਾ ਪਏਗਾ ਤੇ ਲੜਨਾ ਪਏਗਾ। ਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਸਿੱਖ ਵਿਦਵਾਨ ਪ੍ਰੋਫੈਸਰ ਸੁਖਦਿਆਲ ਸਿੰਘ। ਮਸਲਾ ਜਦੋਂ ਪੰਜਾਬ ਤੇ ਆ ਕੇ ਟਿਕਦਾ ਹੈ ਤਾਂ ਗੰਭੀਰਤਾ ਜ਼ਰੂਰੀ ਹੈ, ਭਾਵੇਂ ਉਹ ਸਿਆਸੀ ਪੱਧਰ ਦੇ ਉੱਤੇ ਹੋਵੇ, ਭਾਵੇਂ ਧਾਰਮਿਕ ਪੱਧਰ ਦੇ ਉੱਤੇ ਹੋਵੇ। ਜੋ ਕੁਝ ਅੱਗੇ ਬੀਤਣਾ ਹੈ ਉਹਦੇ ਉੱਤੇ ਸਾਡੀ ਨਜ਼ਰ ਰਹੇਗੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।